ਸਤਿਨਾਮ ਸ੍ਰੀ ਵਾਹਿਗੁਰੂ। ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੂੰ ਸ਼ਰਨਾਈ। ਨਾਨਕ ਕੀ ਪ੍ਰਬਿੰਦੀ ਆਪਣੀ ਭਗਤੀ ਲਾਈ। ਕਿਰਪਾਲ ਸੁਆਮੀ ਮੇਰੇ ਸੰਤਾਂ ਸੰਗ ਵਿਹਾਰੇ। ਹੋ ਕਿਰਪਾਲ ਸੁਆਮੀ ਮੇਰੇ ਸੰਗ ਵਿਹਾਰੇ। ਹੋ ਕਿਰਪਾਲ ਸੁਆਮੀ ਮੇਰੇ ਸੰਤਾਂ ਸੰਗ ਵਿਹਾਵੇ। ਹੋ ਕਿਰਪਾਲ ਸੁਆਮੀ ਮੇਰੇ ਸੰਤਾਂ ਸੰਗ ਵਿਹਾਵੇ। ਵਿਹਾਵੇ ਕਿਰਪਾਲ ਸੁਆਮੀ ਮੇਰੇ ਸੰਤਾਂ ਸੰਗ ਵਿਹਾਵੇ। ਕਿਰਪਾਲ ਸੁਆਮੀ ਮੇਰੇ ਸੰਤਾਂ ਸੰਗ ਵਿਹਾਵੇ। ਕਿਰਪਾਲ ਸੁਆਮੀ ਮੇਰੇ ਸੰਤਾਂ ਸੰਗ ਵਿਹਾਵੇ। ਕਿਰਪਾਲ ਸੁਆਮੀ ਮੇਰੇ ਸੰਤਾਂ ਸੰਗ ਵਿਹਾਵੇ।
ਸੰਗ ਵਿਹਾਵੇ ਸੰਤਾ ਸੰਗ ਵਿਹਾਵੇ, 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 ਸੰਤਾ ਸੰਗ ਵਿਹਾਵੇ। ਕਿਰਪਾਲ ਸੁਆਮੀ ਮੇਰੇ ਸੰਤਾ ਸੰਗ ਵਿਹਾਵੇ ਹੋ ਕਿਰਪਾਲ ਸੁਆਮੀ ਮੇਰੇ ਸੰਤਾ ਸੰਗ ਵਿਹਾਵੇ ਓ ਕਿਰਪਾਲ ਸੁਆਮੀ ਮੇਰੇ ਸੰਤਾ ਸੰਗ ਵਿਹਾਵੇ, ਓ ਕਿਰਪਾਲ ਸੁਆਮੀ ਮੇਰੇ ਸੰਤਾ ਸੰਗ ਵਿਹਾਵੇ। ਹੋ ਕਿਰਪਾਲ ਸੁਆਮੀ ਮੇਰੇ ਸੰਤਾ ਸੰਗ ਵਿਹਾਵੇ ਬੋਲੇ ਸੇ ਜਮ ਜਮ ਮੰਗਲੀ ਕਤੇ ਨ ਚੁਕਣ ਹਾਵੇ। ਸਤਿਕਾਰਯੋਗ ਸਾਧ ਸੰਗਤ, ਆਪ ਸਭ ਮਾਈ ਭਾਈ ਸਵੇਰੇ 9 ਵਜੇ ਤੋਂ ਲੈ ਕੇ ਹੁਣ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ, ਮਹਾਂਪੁਰਸ਼ਾਂ ਦਾ ਜੀਵਨ, ਗੁਰੂ ਮਹਾਰਾਜ ਦੇ ਪ੍ਰਵਚਨ, ਗੁਰਬਾਣੀ ਸੁਣ ਰਹੇ ਸੀ। ਥੋੜਾ ਜਿਹਾ ਸਮਾਂ ਹੋਰ ਹੈ, ਅਰਦਾਸ ਕਰੀਏ ਇਹ ਵੀ ਲੇਖੇ 'ਚ ਲੱਗੇ। ਆਪ ਸੁਣ ਰਹੇ ਸੀ ਬਾਬਾ ਜੀ ਕੋਲੋਂ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਬੜੀਆਂ ਵਿਚਾਰਾਂ ਕਈ ਪੱਖ ਤੋਂ ਸੋਚਿਆ ਜਾਂਦਾ, ਫਿਰ ਆਪਾਂ ਕਹਿੰਦੇ ਹਾਂ ਇੰਨੇ ਸਾਲ ਹੋ ਗਏ ਸਾਡੇ ਮਹਾਂਪੁਰਸ਼ ਸਰੀਰ ਛੱਡ ਗਏ। ਸਰੀਰ ਹੀ ਛੱਡਿਆ, ਗਏ ਤੇ ਨਹੀਂ। ਜਿਹੜੇ ਸ਼ਬਦ ਨਾਲ ਮਿਲੇ ਹੋਏ ਨੇ ਉਹ ਸਦੀਵੀ ਨੇ। ਜੀਵਤ ਵੇਖੇ ਜਿਨੀ ਹਰ ਹਰ ਧਿਆਇਆ, ਸਰੀਰ ਹੀ ਛੱਡਿਆ, ਇੱਥੇ ਹੀ ਬਸ ਨਹੀਂ। ਕਈ ਵਾਰੀ ਜਗਿਆਸੂ ਨੂੰ ਪਤਾ ਨਹੀਂ ਹੁੰਦਾ, ਉਹ ਨਵਾਂ ਨਵਾਂ ਆਉਂਦਾ ਗੁਰੂ ਘਰ ਤੇ ਸੰਤਾਂ ਵੱਲ ਦੇਖਦਾ, ਬੜੇ ਯਤਨ ਕਰਦਾ ਕਿ ਮੈਂ ਇਹਨਾਂ ਵਰਗਾ ਬਣ ਜਾਵਾਂ, ਪਰ ਉਹ ਉਹਨਾਂ ਵਰਗਾ ਕੀ ਬਣਨਾ ਅਗਲੀ ਗੱਲ ਤੋਂ ਵੀ ਰਹਿ ਜਾਂਦਾ। ਉਹਨੂੰ ਸਮਝ ਨਹੀਂ ਆਈ ਕਿ ਆਪਾਂ ਕਰਨਾ ਕੀ ਹੈ। ਮਹਾਂਪੁਰਸ਼ ਜਿਹੜੇ ਹੁੰਦੇ ਨੇ ਬੜੇ ਬੜੇ ਤੱਤਵੇਤੇ, ਅਨੇਕ ਕਸਵੱਟੀਆਂ 'ਚੋਂ ਪਾਸ ਕਰਕੇ ਜਿਹੜਾ ਉਹ ਜਗਿਆਸੂ ਆਉਂਦਾ, ਮੈਂ ਫਲਾਣਾ, ਮੈਂ ਫਲਾਣਾ, ਉਹ ਜਦੋਂ ਵਿੱਚੋਂ ਨਿਕਲ ਜਾਂਦਾ, ਸਰੀਰ ਬਦਲਦਾ, ਉਹ ਸ਼ਕਤੀ ਉਹਨਾਂ ਵਿੱਚ ਪ੍ਰਵੇਸ਼ ਕਰ ਜਾਂਦੀ ਹੈ। ਉਹੀ ਕੰਮ ਉਹ ਸ਼ਕਤੀ ਫਿਰ ਕਰੀ ਜਾਂਦੀ ਹੈ। ਜੇ ਮੈਂ ਕਹਿੰਦਾ ਵੀ ਆਪਣੇ ਮਹਾਰਾਜ ਜੀ ਦਾ ਕਿਤੇ ਗਏ ਹੀ ਨਹੀਂ ਹੈ ਤਾਂ ਸੱਚੀ ਗੱਲ ਭਾਈ। ਆਪਾਂ ਬਹੁਤ ਸਾਰੀਆਂ ਵਿਚਾਰਾਂ ਕਰਕੇ ਦੇਖਦੇ ਹਾਂ। ਜਦੋਂ ਗੁਰੂ ਅਮਰਦਾਸ ਜੀ ਦਾ ਜੀਵਨ ਪੜ੍ਹੀਦਾ ਹੈ, ਗੱਲ ਬੜੀ ਲੰਮੀ ਹੈ, ਤੇ ਗੁਰੂ ਅੰਗਦ ਸਾਹਿਬ ਦੇ 2 ਸਾਹਿਬਜ਼ਾਦੇ ਪਿੱਛੇ ਚੜ੍ਹ ਪਏ ਘੋੜੇ ਲੈ ਕੇ, ਲੈ ਗਿਆ ਸਭ ਕੁਝ ਲੈ ਗਿਆ। ਗੁਰੂ ਜੀ ਕਹਿੰਦੇ ਜੋ ਉਹ ਸੀ ਮੈਂ ਅਮਰਦਾਸ, ਉਹ ਤੇ ਉਹ ਵੀ ਨਹੀਂ ਰਿਹਾ, ਉਹ ਖਾਲੀ ਹੋ ਗਿਆ। ਹੁਣ ਆਪਾਂ ਜਿੱਥੇ ਬੈਠੇ ਹਾਂ ਥਾਂ ਖਾਲੀ ਹੋਏਗਾ ਤੇ ਦੂਜਾ ਬਹੇਗਾ।
ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਭਾਸ। ਜੋ ਨੇ ਉੱਥੋਂ ਉੱਠਣਾ ਹੀ ਨਹੀਂ, ਉੱਥੇ ਕਿਵੇਂ ਬੈਠੇਗਾ? ਜਿਵੇਂ ਫਰੀਦ ਦੇ ਨਾਂ ਬਦਲੇ, ਫਲਾਣਾ ਫਰੀਦ, ਇਸ ਤਰ੍ਹਾਂ ਅੱਗੇ ਅੱਗੇ 11ਵਾਂ ਫਰੀਦ ਗੁਰੂ ਨਾਨਕ ਜੀ ਨੂੰ ਮਿਲਿਆ, ਉਹ ਨਾਲ ਫਰੀਦ ਹੀ ਲਾ ਦਿੰਦੇ ਸੀ। ਇੱਕ ਸੱਤਿਆ ਕੰਮ ਕਰਦੀ ਹੈ, ਇੱਕ ਸ਼ਕਤੀ ਕੰਮ ਕਰਦੀ ਹੈ। ਹਰ ਜੁਗ ਜੁਗ ਭਗਤੋਂ ਪਾਇਆ। ਜੇ ਆਪਾਂ ਇਹਦੇ ਖੋਲ੍ਹ ਕੇ ਅਰਥ ਕਰੀਏ ਬੜੇ ਦਿਨ ਲੱਗ ਜਾਣੇ ਨੇ। ਵੀ ਹੈ ਸੰਤ ਹਰ ਸਮੇਂ ਹੁੰਦੇ ਨੇ ਤੇ ਗਏ ਕਿੱਦਣ ਸਨ। ਬਾਕੀ ਜਿਹੜਾ ਸਰੀਰਕ ਵਿਛੋੜਾ ਹੈ ਉਹ ਵੀ ਬੜਾ ਦੁਖਦਾਈ ਹੁੰਦਾ। ਸਮਾਂ ਹੁੰਦਾ ਹੌਲੀ ਹੌਲੀ, ਜਿਵੇਂ ਕੋਈ ਜ਼ਖਮ ਭਰਦਾ, ਸਮਝ ਪੈਂਦੀ ਹੈ ਕਿ ਸਾਨੂੰ ਉਹਨਾਂ ਨੇ ਕਿਸ ਰਸਤੇ ਚਲਾਇਆ। ਸੁਰਤੀ ਨੂੰ ਸ਼ਬਦ ਨਾਲ ਜੋੜੋ, ਮਿਹਨਤ ਕਰੋ, ਕਮਾਈ ਕਰੋ, ਬੰਦਗੀ ਕਰੋ। ਪਿਛਲੀ ਤੋਂ ਪਿਛਲੀ ਪਹਿਲੀ ਸੰਗਤਾਂ ਵਿੱਚ ਬੇਨਤੀ ਕੀਤੀ ਗਈ ਕਿ ਭਾਈ ਸਮਾਂ ਬੜਾ ਭਿਆਨਕ ਆ ਰਿਹਾ ਤੇ ਹਰ ਇੱਕ ਘਰ ਵਿੱਚ 1.25 ਲੱਖ ਮੂਲ ਮੰਤਰ ਦਾ ਪਾਠ ਕਰੋ। ਯੂਪੀ ਤੇ ਉੱਤਰਾਖੰਡ ਜਿਨ੍ਹਾਂ ਨੂੰ ਪਤਾ ਲੱਗਾ ਉਹਨਾਂ ਕੀਤਾ, ਕਈ ਅਜੇ ਲੱਗੇ ਨੇ, ਬਾਅਦ ਵਿੱਚ ਹੌਲੀ ਹੌਲੀ ਉਹਨਾਂ ਦੀ ਅਰਦਾਸ ਅਗਲੀ ਪਹਿਲੀ ਨੂੰ ਹੋ ਜਾਏਗੀ। ਉਹ ਗਿਣਤੀ ਦਾ ਮਤਲਬ ਇਹ ਹੁੰਦਾ, ਆਪਾਂ ਇਹ ਨਹੀਂ ਦੱਸਦੇ ਕਿ ਫਲਾਣੇ ਨੇ ਇੰਨਾ ਕੀਤਾ ਜੀ। ਤੁਹਾਡੇ ਵਿੱਚ ਬੜੇ ਬੜੇ ਬੰਦਗੀਆਂ ਵਾਲੇ ਥੋੜ੍ਹੇ ਥੋੜ੍ਹੇ। ਇੱਕ ਪ੍ਰੇਮੀ ਮਿਲਿਆ, ਮੈਂ ਕਿਹਾ ਨਿਤਨੇਮ ਕਿੰਨਾ ਕੁ? ਕਹਿੰਦਾ ਜੀ 51 ਜਪਜੀ ਸਾਹਿਬ। ਮੈਂ ਕਿਹਾ ਹੋਰ? 5 ਸੁਖਮਨੀ ਸਾਹਿਬ। ਮੈਂ ਕਿਹਾ ਹੋਰ? 5 ਬਾਣੀਆਂ। ਮੈਂ ਕਿਹਾ ਹੋਰ? ਅਜੇ ਤੂੰ ਕੁਛ ਵੀ ਨਹੀਂ ਕੀਤਾ। ਫਿਰ ਘੰਟਾ ਵਿਚਾਰ ਹੋਈ, ਰੋਣ ਲੱਗ ਗਿਆ। ਕਹਿੰਦਾ ਜੀ ਮੈਂ ਜੰਮਿਆ ਵੀ ਨਹੀਂ। ਅੱਗੇ ਵਧੋ ਹੋਰ। ਗੁਰਮੁਖ ਵਧੇ ਰੋਜ਼, ਨਿਤ ਦੂਣ ਸੁਆਇਆ। ਆਪਾਂ ਕਹਿ ਦਿੰਦੇ ਹਾਂ ਸ਼ੌਂਕ ਪੈਦਾ ਕਰਨ ਵਾਸਤੇ ਕਿ ਆਪਣੇ ਮਹਾਂਪੁਰਸ਼ ਜਦੋਂ ਅਨਵਰੀਆ ਰਹਿੰਦੇ ਹੁੰਦੇ ਸੀ, ਆਪ ਜੀ ਕਹਿੰਦੇ ਮੈਂ 90 ਜਪਜੀ ਸਾਹਿਬ ਰੋਜ਼ ਕਰਦਾ। ਇਹਨਾਂ ਲੋਕਾਂ ਨੂੰ ਬਹੁਤਾ ਟਾਈਮ ਨਹੀਂ ਲੱਗਦਾ। ਮਹਾਰਾਜ ਸੰਤ ਈਸਰ ਸਿੰਘ ਜੀ ਮਹਾਂਪੁਰਖਾਂ ਨੂੰ ਕਿਸੇ ਨੇ ਕਿਹਾ ਆਪ ਜੀ ਦਾ ਨਿਤਨੇਮ ਕਿੰਨਾ ਹੈ? ਕਹਿੰਦੇ ਨਾ ਹੀ ਪੁੱਛੋ ਤੇ ਚੰਗਾ। ਨਹੀਂ ਜੀ, ਕਹਿੰਦੇ ਦੇਖੋ ਤੁਹਾਨੂੰ ਵੀ ਟਾਈਮ ਦਿੰਦੇ ਆ, ਕਥਾ ਵੀ ਕਰਦੇ ਆ। ਇਹ ਬਚਨ ਕਲੇਰਾ ਵਾਲਿਆਂ ਦਾ, ਸੰਤ ਈਸਰ ਸਿੰਘ 5, ਸੰਤ ਅਤਰ ਸਿੰਘ 5, ਸੰਤ ਆਨੰਦ ਸਿੰਘ ਜੀ 2। ਕਹਿੰਦੇ ਇੱਕ ਪਾਠ ਗੁਰੂ ਗ੍ਰੰਥ ਸਾਹਿਬ ਜੀ ਦਾ ਰੋਜ਼। ਹੁਣ ਪੈ ਗਿਆ ਸ਼ੰਕਾ, ਇਹ ਤਾਂ 48 ਘੰਟੇ 'ਚ ਹੁੰਦਾ। ਕਹਿੰਦੇ ਦੇਖੋ ਵਾਹਿਗੁਰੂ 4 ਅੱਖਰ ਹੈ, 10,24,000 ਅੱਖਰ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ। ਜੇ 2.5 ਲੱਖ ਵਾਰੀ ਕਰ ਲਿਆ ਤੇ ਹੋ ਗਿਆ ਨਾ। ਜ਼ਬਾਨ ਨਾਲ ਇੱਕ ਵਾਰੀ ਬੋਲਿਆ, ਗਾਲ ਕੰਠ ਵਿੱਚ ਇੱਕ ਵਾਰੀ, ਜ਼ਬਾਨ ਨਾਲ 100 ਵਾਰੀ ਬਰਾਬਰ ਦਾ। ਅੱਗੇ ਹਿਰਦੇ ਵਿੱਚ ਤੀਸਰੀ ਬਾਣੀ, ਜ਼ਬਾਨ ਨਾਲ 1000 ਵਾਰੀ। 72 ਕਰੋੜ 72 ਲੱਖ 9,901 ਨਾੜੀ ਹੈ ਸਰੀਰ ਦੀ। ਇਹਦਾ ਜਿਹੜੀ ਗੰਢ ਹੈ ਸਵਾਸਾਂ ਦੀ ਨਾਭੀ 'ਚ। ਇੱਕ ਪ੍ਰੇਮੀ ਭਗਤੀ ਕਰਨ ਲੱਗਾ, ਕਹਿੰਦਾ ਮੈਨੂੰ ਐਂ ਲੱਗਿਆ ਜਿਵੇਂ ਨਾਭੀ ਉਲਟੀ, ਐਂ ਰੋਸ਼ਨੀ ਸ਼ੁਰੂ ਹੋ ਗਈ। ਮੈਂ ਕਿਹਾ ਇਹਦਾ ਧਿਆਨ ਥੱਲੇ ਛੱਡ ਕੇ ਅੱਗੇ ਚੱਲ। ਆਪਣੇ ਕੋਲ ਮਹਾਂਪੁਰਸ਼ ਅਭਿਆਸ ਕਿਉਂ ਕਰਾਉਂਦੇ ਹੁੰਦੇ ਸੀ? ਤੁਹਾਡੇ ਕੋਲ ਕੋਈ ਝੂਠ ਨਾ ਬੋਲ ਸਕੇ। ਮੈਂ ਤੇ ਐਂ ਕਰ ਲੈਣਾ, ਐਂ ਕਰ ਲੈਣਾ, ਐਸਾ ਨਹੀਂ। ਸੋ ਇਸ ਕਰਕੇ ਜ਼ਬਾਨ ਨਾਲ 10,000 ਵਾਰ। ਹੁਣ 1 ਘੰਟਾ ਲਾਇਆ, ਫਿਰ ਅੱਗੇ ਚੱਲ ਪਿਆ। ਉਸ ਗੁਰਮੁਖ ਨੇ 1 ਘੰਟਾ ਬੰਦਗੀ ਕੀਤੀ ਤੇ ਇੱਧਰ ਲੱਖ ਘੰਟਾ ਹੋ ਗਿਆ। ਗਿਣ ਲਓ ਕਿੰਨੇ ਪਾਠ ਹੋ ਗਏ। ਕੌਣ ਰੀਸਾ ਕਰੇਗਾ ਸੰਤਾਂ ਦੀ? ਇਹ ਅਭਿਆਸ ਇਸ ਕਰਕੇ ਹੁੰਦਾ ਵੀ ਇੱਧਰ ਨੂੰ ਤੁਰੋ, ਸਾਡੇ ਅੰਦਰ ਉਹ ਸ਼ਬਦ ਘਰ ਘਰ ਜਾਏ। ਜਿਵੇਂ ਕਿਸੇ ਨੂੰ ਚਿੜੀਆਂ ਉਡਾਉਣ ਡਾ ਦੋ, ਸੁੱਤਾ ਵੀ ਹਲਤ ਹਲਤ ਕਰੀ ਜਾਂਦਾ। ਸਾਡਾ ਸੁਭਾਅ ਬਣ ਜਾਏ, ਗੱਲਾਂ ਬਾਤਾਂ ਵੱਲੋਂ ਘਟ ਜਾਈਏ। ਇਹ 2 ਮਹੀਨਿਆਂ 'ਚ ਜਿਹੜੀ ਆਪਣੇ ਕੋਲ ਲਿਸਟ ਆਈ ਹੈ ਉਹ ਹੈ 5 ਕਰੋੜ ਤੇ 27 ਲੱਖ ਪਾਠ ਹੋਇਆ ਮੂਲ ਮੰਤਰ ਦਾ। ਬਹੁਤ ਘੱਟ ਹੋਇਆ, ਬੜੇ ਅਜੇ ਰਹਿੰਦੇ ਨੇ। ਜਿੰਨਾ ਕਰ ਲਿਆ ਇਹਨਾਂ ਦੀ ਅੱਜ ਅਰਦਾਸ ਹੋਣੀ, ਜਿਹੜੇ ਰਹਿ ਗਏ ਉਹਨਾਂ ਦੀ ਅਗਲੀ ਪਹਿਲੀ ਨੂੰ ਸਹੀ।
ਸਾਰੇ ਥੋੜਾ ਥੋੜਾ ਹੱਲਾ ਮਾਰੋ। ਮਹਾਰਾਜ ਜੀ ਬਾਰੇ ਕੀ ਦਸੀਏ। ਇੱਥੇ ਹੁੰਦੇ ਸੀ ਆਪ ਜੀ ਨਵਾਰੀਏ, ਟਰੈਕਟਰ ਨਾਲ ਗਰੀਬਾਂ ਦੀਆਂ ਪੈਲੀਆਂ ਵਾਹੁਣੀਆਂ। ਚੱਲ ਬਈ ਡਰਾਈਵਰ ਨੂੰ ਕਈ ਵਾਰੀ ਕਈ ਤੇਲ ਵੀ ਨਾ ਦਿੰਦੇ, ਕਹਿੰਦੇ ਕੋਈ ਨਹੀਂ। ਆਮ ਬੰਦਾ ਆਂਦਾ ਵੀ ਮਾੜੇ ਕੋਲੋਂ ਜ਼ਿਆਦਾ ਕਿਰਾਇਆ ਲਓ ਤੇ ਹੈਰੋਂ ਘੱਟ ਲਾਓ, ਫਰੀ ਸੇਵਾ। ਫਿਰ ਜਦੋਂ ਆਪ ਜੀ ਨੇ ਜਾਣਾ ਸੀ ਆਖਰੀ ਦੀਵਾਨ 'ਚ ਦੱਸਦੇ ਨੇ, ਕਹਿੰਦੇ ਸਾਧ ਸੰਗਤ 16,565 ਦਾ ਤੇਲ ਲੱਗਾ ਕਾਰ ਤੇ ਟਰਾਲੀ 'ਚ। ਉਦੋਂ 8,000 ਨੂੰ ਕਿੱਲਾ ਜ਼ਮੀਨ ਸੀ ਇੱਥੇ। ਇਹ ਗੱਲ 78 ਦੀ ਹੈ। ਹੁਣ ਜੋੜ ਲਓ ਕਿੰਨਾ ਲੱਗਾ। ਉਹ ਕੈਸਟ ਸੀ, ਮੇਰੇ ਹੱਥ ਨਹੀਂ ਆਈ, ਬੜੇ ਬਚਨ ਸੀ ਨਾਲ। ਕਹਿੰਦੇ ਦੇਖੋ ਮੈਂ 12 ਸਾਲ ਇਸ ਇਲਾਕੇ ਵਿੱਚ ਲਾਏ ਨੇ, ਇੱਕ ਵੀ ਜੇ ਮਹਾਰਾਜ ਨਾਲ ਜੁੜ ਗਿਆ ਤੇ ਮੇਰੇ 12 ਸਾਲ ਸਫਲੇ ਕਮਾਈ ਲੇਖੇ 'ਚ ਲੱਗ ਜਾਏਗੀ। ਅਸੀਂ ਧਿਆਨ ਦਿੱਤਾ ਕਦੇ ਅਸੀਂ ਵੀ ਪ੍ਰਚਾਰ ਕਰੀਏ, ਜਿੰਨੇ ਜੋਗੇ ਹੈ ਲੱਗੇ ਰਹੀਏ। ਕਿਸੇ ਨੂੰ ਰਸਾਲਾ ਪੜ੍ਹਾ ਲਈਏ, ਕਿਤਾਬ ਪੜ੍ਹਾ ਦਈਏ, ਕਿਸੇ ਨੂੰ ਕੈਸਟ, ਕਿਸੇ ਨੂੰ ਕਿਵੇਂ। ਜਿੱਥੇ ਜਾਣਾ ਉੱਥੇ ਆਪਣੀਆਂ ਛੇੜ ਲੈਣੀਆਂ। ਮੈਂ ਇੰਨਾ ਝੋਨਾ ਕੱਢਿਆ, ਅੱਛਾ ਮੈਂ ਬੱਚੇ ਬੜੇ ਪੜ੍ਹਾ ਲਏ ਨੇ, ਮੈਂ ਤਾਂ ਹੀ ਲਾਤੇ ਨੇ। ਕਸ਼ਮੀਰ ਵਾਲਿਆਂ ਨੂੰ ਪੁੱਛੋ ਕਿੰਨਾ ਝਾੜ ਚੜਿਆ, ਕਿੰਨੇ ਜੱਜ ਬਣ ਗਏ ਨੇ, 400 ਪਿੰਡ ਹੀ ਰੁੜ ਗਿਆ। ਹਾਥ ਕਿਸੇ ਦੀ ਕਿਛ ਨਹੀਂ, ਇਹ ਸਭ ਚਲੇ ਚਲਾਏ। ਆਸਰਾ ਮਹਾਰਾਜ ਦਾ, ਉਹਦੀ ਕਿਰਪਾ ਹੋਏਗੀ ਤੇ ਉਹਦੀ ਮਿਹਰ ਹੋਏਗੀ ਤੇ ਉਹਦੀ ਬਖਸ਼ਿਸ਼ ਹੋਏਗੀ। ਬੰਦੇ ਦੇ ਹੱਥ 'ਚ ਹੈ ਹੀ ਕੱਖ ਨਹੀਂ। ਜੇ ਆਪਾਂ ਇਸ ਪਾਸੇ ਚੱਲ ਪਈ, ਬੜੀ ਲੰਮੀ ਵਿਚਾਰ ਹੈ। ਕਈ ਵਾਰੀ ਐਸਾ ਹੁੰਦਾ ਹੈ ਆਪਾਂ ਦੇਖ ਲੈਂਦੇ ਹਾਂ, ਲਓ ਜੀ ਉੱਥੇ ਫਲਾਣੀ ਕਬਰ ਤੇ ਇੰਨੇ ਜਾ ਰਹੇ ਨੇ, ਉਹ ਮੂਰਖ ਹੀ ਨੇ ਤੇ ਹੋਰ ਕੌਣ ਨੇ ਭਾਈ। ਬਹੁਤੇ ਮੂਰਖ ਇਕੱਠੇ ਹੋ ਜਾਣ ਤਾਂ ਉਹਨਾਂ ਦੇ ਵਿੱਚ ਜਿਹੜਾ ਹੁੰਦਾ ਉਹਨੂੰ ਭਗਵਾਨ ਮੰਨਣ ਲੱਗ ਪੈਂਦੇ ਨੇ। ਤੁਸੀਂ ਲੰਕਾ ਵਿੱਚ ਜਾਓ, ਉੱਥੇ ਰਾਮ ਜੀ ਦਾ ਪੁਤਲਾ ਸਾੜਦੇ ਨੇ ਤੇ ਰਾਵਣ ਨੂੰ ਮੰਨਦੇ ਜੇ ਭਗਵਾਨ। ਤੇ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਵੀ ਰਾਵਣ ਭਗਵਾਨ ਸੀ? ਕਹਿੰਦੇ ਮੂਰਖ ਰਾਵਣ ਕਿਆ ਲੈ ਗਿਆ। ਆਪਾਂ ਬਹੁ ਗਿਣਤੀ ਨਹੀਂ ਦੇਖਣੀ, ਬਹੁ ਗਿਣਤੀ ਵੋਟਾਂ ਵਾਲਿਆਂ ਦੀ ਹੁੰਦੀ ਹੈ। ਕਈ ਵਾਰੀ ਤੁਸੀਂ ਸੁਣਿਆ ਹੋਣਾ ਫਲਾਣੇ ਪ੍ਰਚਾਰਕ, ਫਲਾਣੇ ਮਹਾਂਪੁਰਸ਼ ਉਹ ਹੁਣ ਟੈਲੀਵਿਜ਼ਨ ਵਿੱਚ ਆਉਣ ਲੱਗ ਗਏ। ਉਹਨਾਂ ਨੂੰ ਟੈਲੀਵਿਜ਼ਨ ਨੇ ਚੁੱਕ ਦਿੱਤਾ ਤੇ ਟੈਲੀਵਿਜ਼ਨ ਨੇ ਸੁੱਟ ਵੀ ਦੇਣਾ। ਜਿਨ੍ਹਾਂ ਨੂੰ ਟੈਲੀਵਿਜ਼ਨ ਨੇ ਚੁੱਕ ਦਿੱਤਾ ਉਹਨਾਂ ਨੂੰ ਟੈਲੀਵਿਜ਼ਨ ਨੇ ਸੁੱਟ ਵੀ ਦੇਣਾ। ਕੋਈ ਜੰਮਿਆ ਕਿਸੇ ਮਹਾਂਪੁਰਸ਼ ਨੂੰ ਟੈਲੀਵਿਜ਼ਨ ਜਾਂ ਕੋਈ ਸਰਕਾਰ ਥੱਲੇ ਲਾ ਦੇ, ਉਹ ਟੈਲੀਵਿਜ਼ਨਾਂ ਨਾਲ ਬਣੇ ਹੀ ਨਹੀਂ। ਉਹਨੇ ਆਪ ਜੀ ਸੁਣਦੇ ਸੀ ਨਾ ਵੱਡਿਆਂ ਤੋਂ, ਸਵਾਮੀ ਰਾਮ ਜੀ ਦੀ ਗੱਲ। ਉਹ ਕੋਈ ਖੇਡ ਨਹੀਂ ਹੈ। ਆਪਾਂ ਕਹਿ ਦਿੰਦੇ ਹਾਂ ਗੋਰਖ ਨੇ ਗੁਰੂ ਨਾਨਕ ਜੀ ਨੂੰ ਮੱਥਾ ਟੇਕਿਆ, ਇਹਦਾ ਮਤਲਬ ਕੀ ਹੈ? 1,25,000 ਗੋਰਖ ਜੀ ਦਾ ਚੇਲਾ ਤੇ ਉਹਦੇ ਚੇਲੇ ਹੀ ਐ ਨਿਗਾਹ ਕਰਕੇ ਪਿੱਪਲ ਅੜਾ ਦੇਣ ਵਾਲੇ, ਛੋਟਾ ਬੰਦਾ ਕਿਤੇ। ਉਹ ਤੇ ਗੁਰੂ ਨਾਨਕ ਜੀ ਨੂੰ ਮੱਥਾ ਟੇਕ ਰਿਹਾ ਤੇ ਸਿੱਖ ਹੋ ਕੇ ਅਸੀਂ ਮੜੀਆਂ ਮਸਾਣਾ ਤੇ ਤੁਰੇ ਫਿਰੀਏ। ਮੇਰਾ ਸੁਭਾਅ, ਸਾਇੰਸ ਵਾਲੇ ਆਪਣੇ ਕੰਮ ਲੱਗੇ, ਮੈਂ ਆਪਣੇ ਕੰਮ ਲੱਗਾ। ਕੀਰਤਪੁਰ ਸਾਹਿਬ ਮੈਂ ਬੰਦਾ ਭੇਜਿਆ ਕਿ ਕੁਛ ਅੰਕੜੇ ਕੱਢ ਕੇ ਲਿਆ। ਉਹਨੇ ਲਿਆਂਦੇ। ਮੈਂ ਕਿਹਾ ਪੁੱਛਿਆ ਉੱਥੇ ਜਿਹੜੀ ਲੱਗਿਆ ਰਜਿਸਟਰ? ਕਹਿੰਦਾ ਆਹੋ ਜੀ। ਉਹ ਕਹਿੰਦਾ ਜੀ 40 ਸਾਲ ਤੋਂ 40, 50, 60 ਤੱਕ ਹੀ ਸਾਰੇ ਫੁੱਲ ਆ ਰਹੇ ਨੇ, ਮਰ ਰਹੇ ਨੇ ਲੋਕ। 3 ਮਹੀਨੇ ਬਾਅਦ ਇੱਕ ਕਹਿੰਦੇ ਜੀ 90 ਸਾਲ ਦੀ ਉਮਰ ਹੈ ਜੀ, ਉਮਰਾਂ ਕਿਉਂ ਘਟ ਗਈਆਂ? ਮੈਂ ਮੱਸਿਆ ਤੇ ਨਾਨਕ ਮਤਾ ਸਾਹਿਬ ਬੰਦਾ ਭੇਜਿਆ। ਮੈਂ ਕਿਹਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਤਲਾਅ 'ਤੇ ਬਹਿ ਜੀ ਤੇ ਮੈਨੂੰ ਆ ਕੇ ਦੱਸੀ ਕਿ ਕਬਰਾਂ ਨੂੰ ਕਿੰਨੇ ਮੰਨਦੇ ਨੇ, ਅੰਮ੍ਰਿਤਧਾਰੀ ਕਿੰਨੇ ਨੇ ਤੇ ਨਗੋਰੇ ਕਿੰਨੇ ਨੇ। ਉਹਨੇ ਦੱਸਿਆ। ਤੁਸੀਂ ਹੈਰਾਨ ਹੋਵੋਗੇ। ਉਹ ਕਹਿੰਦਾ ਜੀ 20% ਕਬਰਾਂ ਨੂੰ ਮੰਨਦੇ ਨੇ ਜੀ ਤੇ 10-12% ਨਗੋਰੇ ਨੇ ਜੀ, 30 ਬਾਕੀ 65-70 ਦੇ ਦਰਮਿਆਨ ਅੰਮ੍ਰਿਤਧਾਰੀ ਨੇ 2 ਸਟੇਟਾਂ ਵਿੱਚ। ਮੈਂ ਕਿਹਾ ਤੁਸੀਂ ਹੈਰਾਨ ਹੋਵੋਗੇ ਵੀ ਆਪਾਂ ਅੰਕੜੇ ਕਿਵੇਂ ਕੱਢਦੇ ਹਾਂ। ਉਹ ਬੈਠਾ ਰਿਹਾ ਤਲਾਅ 'ਤੇ। ਉਹ ਜਿਹੜਾ ਵਿੱਚ ਨਹਾਵੇ ਐਸ ਡੋਲੇ 'ਤੇ ਵੀ ਤਵੀਤ ਬੱਧਾ, ਐਸ 'ਤੇ ਵੀ ਬੱਧਾ। ਮੈਂ ਕਿਹਾ ਤਵੀਤਾਂ ਵਾਲੇ ਵੀ ਗਿਣੀ ਜਾਈ, ਜਿਹੜੇ ਸਿਰ 'ਤੇ ਕਿਰਪਾਨਾਂ ਬੰਨ੍ਹ ਕੇ ਇਸ਼ਨਾਨ ਕਰਦੇ ਉਹ ਵੀ ਗਿਰੀ ਜਾਈ, ਤੇ ਜਿਨ੍ਹਾਂ ਨੂੰ ਨਾ ਕਿਰਪਾਨ ਤੇ ਨਾ ਕੋਈ ਲੱਥੀ ਚੜ੍ਹੀ ਉਹਨਾਂ ਦਾ ਐਡੀਆ ਵੀ ਲਾਈ ਜਾਏ। ਤੁਸੀਂ ਤਲਾਵਾਂ 'ਤੇ ਦੇਖੋ
ਜਦੋਂ ਇਹ ਲੋਕ ਕੱਪੜੇ ਨਹਾ ਕੇ ਨਹਾਉਂਦੇ ਨੇ ਕਿਵੇਂ ਨਾ ਕਾਲੇ ਕਾਲੇ ਧਾਗੇ ਤਵੀਤ ਬੱਧੇ ਨੇ, ਫਿਰ ਪਤਾ ਲੱਗਦਾ ਵੀ 20% ਅਜੇ ਕਬਰਾਂ ਨੂੰ ਮੰਨਣ ਵਾਲੇ ਨੇ। ਇਸ ਤਰ੍ਹਾਂ ਅੰਕੜੇ ਕੱਢੋ। ਸਾਇੰਸ ਆਪਣੇ ਕੰਮ ਲੱਗੀ, ਅਸੀਂ ਆਪਣੇ ਕੰਮ ਲੱਗੇ ਵੀ ਕਿੰਨੇ ਕਿਵੇਂ ਨੇ, ਕਿੰਨੇ ਸ਼ਰਾਬੀ ਨੇ, ਕਿੰਨੇ ਕੁ ਠੇਕਿਆਂ 'ਤੇ ਜਾਂਦੇ ਨੇ, ਕਿੰਨਾ ਕੁ ਸੁਧਾਰ ਹੋ ਗਿਆ, ਕਿੰਨਾ ਕੁ ਬਾਕੀ ਹੈ। ਜਿੱਥੇ ਜਾਏ ਬਈਏ ਭਲਾ ਕਹੀਏ, ਚੋਲ ਅੰਮ੍ਰਿਤ ਪੀਜੈ। ਜਿੱਥੇ ਜਾਓ ਉੱਥੇ ਗੁਰੂ ਦੀ ਗੱਲ ਕਰੋ। ਆਪਾਂ ਤੇ ਸਾਨੂੰ ਕੋਈ ਕਹੇ ਨਾਮ ਜਪੋ ਜੀ, ਸਾਡੇ ਤੇ ਕੰਮ ਹੀ ਬੜੇ ਨੇ। ਮਹਾਰਾਜ ਜੀ ਨੂੰ ਘੱਟ ਸੀ? 60-70 ਕਿੱਲੇ ਜ਼ਮੀਨ, 70 ਏਕੜ ਦਾ ਫਾਰਮ, ਸਾਰਿਆਂ ਤੋਂ ਪਹਿਲਾਂ ਬੀਜਣੀ ਤੇ ਪਹਿਲਾਂ ਵੱਢਣੀ, ਫਿਰ ਅੰਕੜੇ ਲਾਉਣੇ, ਗਲੇ ਪੈ ਗਏ। ਉਹ ਦਾਣੇ ਇਕੱਠੇ ਕਰ ਲੈਣੇ ਵੀ 1 ਡੈਸੀਮਿਲ ਵਿੱਚ ਇੰਨੇ ਦਾਣੇ ਨੇ, ਇੰਨੇ ਕਿਲੋ, ਇੰਨੇ ਗ੍ਰਾਮ, 70 ਏਕੜਾਂ ਵਿੱਚ ਇੰਕਰੀ ਇੰਨਾ ਨੁਕਸਾਨ ਹੋਇਆ, ਇੰਨਾ ਐਸਾ। ਉਹਦਾ ਮਤਲਬ ਸੀ ਕਿ ਇਸੇ ਤੁਸੀਂ ਤਰ੍ਹਾਂ ਧਿਆਨ ਰੱਖੋ। ਇਹ ਨਹੀਂ ਹੈ ਕਿ ਆਪਾਂ ਹੁਣ ਬਹਿ ਗਏ ਹਾਂ ਮਾਲਾ ਫੇਰਨੀ, ਆਪਾਂ ਖੇਤੀ ਵੱਲ ਧਿਆਨ ਨਹੀਂ ਰੱਖਣਾ। ਪਿੱਛੇ ਜੇ ਬਾਜਪੁਰੋਂ ਸੰਗਤ ਆਈ 3 ਸਾਲ ਹੋ ਗਏ, ਮੇਰੇ ਵੱਲੋਂ ਕਹਿੰਦੇ ਉਹਨੂੰ ਮਿਲਣਾ ਕਿੱਥੇ ਹੈ? ਕਹਿੰਦੇ ਜੀ ਲੇਬਰ ਨਾਲ ਝੋਨਾ ਲਾਉਣ ਡਿਆ ਹੈ। ਉਹਨਾਂ ਨੂੰ ਕੀ ਲੋੜ ਝੋਨਾ ਲਾਉਣ ਦੀ? ਮੈਂ ਹੋਰ ਕਿਹਨੇ ਲਾਉਣਾ? ਸਾਡੇ ਗੁਰੂ ਨਾਨਕ ਨੇ ਝੋਨਾ ਵੀ ਲਾਇਆ, ਕਣਕ ਵੀ ਵੱਢੀ, ਫਲੇ ਵੀ ਵਾਹੇ, ਖੂਹ ਵੀ ਵਾਹੇ। ਸਾਨੂੰ ਜਾਚ ਦੱਸੀ ਵਿਹਲੇ ਨਾ ਰਹੋ। ਹੁਣ ਪਤਾ ਕੀ ਹੈ, ਦੁਨੀਆ ਬਿਮਾਰ ਪਈ ਹੈ ਤਾਂ ਉਹ ਵੀ ਬਸ 40 ਤੋਂ 50-60 ਤੱਕ ਤੁਰੇ ਜਾਂਦੇ ਨੇ। ਖਾਣਾ ਪੀਣਾ ਪਹਿਨਣਾ ਬਦਲ ਗਿਆ, ਉਹ ਗੱਲਾਂ ਰਹੀਆਂ ਹੀ ਨਹੀਂ। ਕੰਨੀਆਂ ਆਉਂਦੀਆਂ ਨੇ, ਡੈਡੀ ਜੀ ਮਸ਼ੀਨ ਲਾ ਦਿਓ ਕੱਪੜੇ ਧੋਣ ਵਾਲੀ। ਚੰਗਾ ਬੇਟਾ, ਉਹਨੂੰ ਪਤਾ ਵੀ ਚੰਗੇ ਘਰ ਦੀ ਆਈ ਹੈ, ਲਿਆ ਦਿੰਦੇ। ਦੁੱਧ ਰਿੜਕਣ ਵਾਲੀ ਵੀ ਲਾ ਦਿਓ। ਅੱਛਾ ਬੇਟਾ ਕੋਈ ਨਹੀਂ, ਆ ਜਾਏਗੀ। ਨੌਕਰਾਣੀ ਵੀ ਲਾ ਦਿਓ, ਰੋਟੀ ਪਕਾਉਣ ਵਾਲੀ ਉਹ ਵੀ ਆ ਗਈ, ਕੱਪੜੇ ਧੋਣ ਵਾਲੀ ਵੀ ਆ ਗਈ। ਸਾਰੇ ਕੰਮ ਨੌਕਰ ਚਾਕਰਾਂ ਦੀਆਂ ਸਿਹਤਾਂ ਠੀਕ। ਤੇ ਬੇਟਾ ਤੁਸੀਂ ਕੀ ਕਰਨਾ? ਆਪਾਂ ਡਾਕਟਰ ਦੇ ਨਹੀਂ ਜਾਣਾ ਰੋਜ਼, ਵਿਹਲਿਆਂ ਦਵਾਈਆਂ ਲੈਣੀਆਂ, ਹੋਰ ਤੁਸੀਂ ਕਰਨਾ। ਤੁਰੋ ਫਿਰੋ, ਕੰਮ ਕਰੋ। ਫਿਰ ਅਸੀਂ ਉਹਨਾਂ ਦੀਆਂ ਗੱਲਾਂ ਸੁਣਦੇ ਹਾਂ। ਮੈਂ ਟੈਲੀਵਿਜ਼ਨ ਵੇਖਦਾ ਨਹੀਂ, ਪਰ ਪੁੱਛਣਾ ਜਿਹੜੇ ਵੇਖਦੇ ਨੇ। ਜਿੱਦਣ ਮੈਂ ਵੇਖਿਆ ਮੈਂ ਦੱਸ ਦਾਂਗਾ, ਵੇਖਦਾ ਹੁੰਦਾ, ਮੈਂ ਝੂਠ ਨਹੀਂ ਬੋਲਦਾ। ਪਰ ਜਿਹੜੇ ਵੇਖਦੇ ਨੇ, ਉਹ ਮਾਮਾ ਜੀ ਵੇਖਦਾ ਰਹਿੰਦਾ, ਉਹਨੂੰ ਲੈ ਕੇ ਦਿੱਤਾ, ਵੇਖਿਆ ਕਰ, ਕੋਈ ਖਬਰ ਹੋਵੇ ਤੇ ਮੈਨੂੰ ਦੱਸ ਦਿਆ ਕਰ, ਹੈਗਾ ਇੱਥੇ। ਮੈਂ ਨਹੀਂ ਵੇਖਦਾ। ਉਹਨਾਂ ਦੀਆਂ ਗੱਲਾਂ ਸੁਣਨੇ ਆ ਵੀ ਆਪ ਪੋਟੇ ਦੱਬੋ ਤੇ ਦਿਲ ਠੀਕ, ਦਿਮਾਗ ਠੀਕ। ਇੱਕ ਗੁੱਲੀਆਂ ਲੈ ਲਓ ਲੱਕੜ ਦੀਆਂ, ਹੱਥਾਂ ਵਿੱਚ ਲਓ ਪਸਾ, ਰੱਸੀਆਂ ਲਓ ਬੰਨ, ਤੇ ਰਿੜਕੋ ਸਵੇਰੇ ਦੁੱਧ। ਸਤਿਨਾਮ ਵਾਹਿਗੁਰੂ। ਵੇਖਾਂਗਾ ਵਾਲਾ ਹੈਡ ਅਟੈਕ ਹੁੰਦਾ ਕਿਸੇ ਬੀਬੀ ਨੂੰ, ਸਿਰ ਪੀੜ ਹੁੰਦਾ, ਦੁੱਧ ਰਿੜਕੋ। ਭਾਈ ਪੱਠੇ ਕੁਤਰਦੇ ਹੁੰਦੇ ਸੀ, ਅਸੀਂ ਇੱਥੇ ਹੁੰਦੇ ਸੀ ਮਨਿਆਰ ਖੇੜੇ, 22 ਸਾਲ ਰਹੇ। ਆ ਹੈਗੇ ਪੁਰਾਣੇ ਕੋਈ ਤੇ ਬਾਂਹ ਖੜੀ ਕਰਕੇ ਕਿਤੇ ਵੀ 12 ਸਾਲਾਂ 'ਚ ਇੱਕ ਮਿੰਟ ਲੇਟ ਹੋਏ। ਆ ਮੈਂ ਹੁਣੇ ਸੰਗਤ ਨੂੰ ਮਿਲ ਰਿਹਾ ਸੀ, ਮਸਾਂ ਹੀ ਜਾਨ ਛਡਾਈ। ਮੈਂ ਕਿਹਾ ਉਹ ਵੀਰ ਜੀ ਯਾਦ ਕਰਦੇ ਨੇ, ਤੁਸੀਂ ਤਾਂ 4 ਵਜਾ ਦੇਣੇ, ਇੱਥੇ ਹੀ ਘਰੋਂ ਨਿਕਲਣਾ ਹੀ ਨਹੀਂ, ਟਾਈਮ ਨਾਲ ਤੁਰਨਾ ਹੀ ਨਹੀਂ। ਅਸੀਂ ਵੀ ਤਾਂ ਜਾਂਦੇ ਨਹੀਂ ਹਾਂ, ਬੰਦੇ ਹੀ ਹਾਂ ਅਸੀਂ, ਮਸ਼ੀਨਾਂ ਤਾਂ ਨਹੀਂ ਸੀ। 2 ਵਜੇ ਉੱਠਣਾ, ਦੋਵਾਂ ਵੀਰਾਂ ਨੇ ਪੱਠੇ ਪਾ ਕੇ, ਗਾਈਆਂ ਮੱਝਾਂ 20 ਡੰਗਰ ਹੁੰਦੇ ਸੀ, ਤੇ ਦਿਨ ਚੜ੍ਹਦੇ ਨੂੰ ਕੁਤਰ ਕੇ ਪਾ ਪੂ ਕੇ ਪਾਣੀ ਪਿਆ ਕੇ, ਤੇ ਸਾਰੇ ਤੋਂ ਪਹਿਲਾਂ ਬਿਲਾਸਪੁਰ। ਕਿ ਅਸੀਂ ਕੰਮ ਨਹੀਂ ਸੀ ਕਰਦੇ। 4 ਪਿੰਡਾਂ 'ਚ ਧੁੰਮ ਪਈ ਹੈ ਕਿ ਇਹਨਾਂ ਦੋਵਾਂ ਭਰਾਵਾਂ ਜਿੰਨਾ ਕੰਮ ਕੋਈ ਨਹੀਂ ਕਰਦਾ। ਇੱਕ ਵਾਰੀ ਮੇਰੇ ਨਾਲ ਜਿੱਦ ਪਏ ਸੀ ਕਈ ਵਾਹੁਣ ਵਾਲੇ, ਮੈਂ ਆ ਜਾਓ, ਸਾਰੇ ਹੀ ਆ ਜਾਓ, 4-4 ਬੰਦੇ ਆ ਜਾਓ। ਸ਼ਾਇਦ ਮਹਾਰਾਜ ਦੀ ਕਿਰਪਾ ਹੀ ਆ, ਥੋੜ੍ਹਾ ਦਿਲ ਦੁਲਝਾ ਹੋ ਗਿਆ। ਇੱਕ ਅੱਧਾ ਤੇ ਭਲਵਾਨ ਅਜੇ ਵੀ ਆ ਜਾਏ ਤਾਂ ਕੋਈ ਗੱਲ ਹੀ ਨਹੀਂ ਗਈ, ਜਦੋਂ ਮਰਜ਼ੀ ਕਹੀ ਚਲਾ ਲੈ। ਹਾਲਾਂ ਉਮਰ ਦੇਖੋ, ਵੀਰ ਜੀ 63 ਦੇ, ਕਾਠਾਂ ਵਾਲੇ ਕੋਲ ਪਹਿਲਾਂ ਪੈਰਾਂ 'ਤੇ ਹੱਥ ਰੱਖਦੇ ਨੇ, ਫਿਰ ਗੋਡਿਆਂ 'ਤੇ ਰੱਖਦੇ ਨੇ, ਫਿਰ ਤਾਂ ਉੱਠਦੇ ਨੇ। ਇਹੋ ਜਿਹੀ ਫੌਜ ਜੇ ਗੁਰੂ ਗੋਬਿੰਦ ਸਿੰਘ ਦੇ ਟਾਈਮ ਹੁੰਦੀ ਤੇ ਇਹਨਾਂ ਆਖਣੇ ਸੱਚੇ ਪਾਤਸ਼ਾਹ ਰਕਸ਼ੇ ਬਣਾਓ, ਉਹਦੇ ਉੱਤੇ ਅਸੀਂ ਬੈਠਾਂਗੇ, ਫਿਰ ਮੁਗਲ ਦੀ ਫੌਜ ਕੋਲ ਜਾਵਾਂਗੇ, ਫਿਰ ਉਹਨੂੰ ਆਖਾਂਗੇ ਲੰਮੇ ਪੈ ਜਾਓ, ਫਿਰ ਅਸੀਂ ਸਿਰ 'ਚ ਡੰਡਾ ਮਾਰਾਂਗੇ ਰੰਗਜੀਤ ਦੀ ਫੌਜ 'ਤੇ। ਉਹ ਕਿਸੇ ਨੇ ਨਾ ਦਵਾਈ ਬਣਾਉਣੀ ਸੀ, ਬਗਲੇ ਦੇ ਖੰਭਾਂ ਦੀ ਲੋੜ ਪੈ ਗਈ। ਤੇ ਕਹਿੰਦੇ ਵੀ ਇਹ ਬਗਲਾ ਫੜੀਏ ਕਿਵੇਂ? ਕਹਿੰਦੇ ਮੋਮਬੱਤੀ ਜਗਾ ਕੇ ਦੇ ਸਿਰ 'ਤੇ ਰੱਖੋ, ਜਦੋਂ ਮੋਮ ਢੜ ਕੇ ਅੱਖਾਂ ਵਿੱਚ ਪੈ ਜਾਏਗੀ, ਅੰਨਾ ਹੋ ਜਾਏਗਾ ਤੇ ਫੜ ਲਾਂਗੇ। ਭਾਈ ਜਿਹੜੇ ਅੱਜ ਕੱਲ੍ਹ ਤੁਰੇ ਫਿਰਦੇ ਨੇ, ਤੁਰੇ ਜਾਂਦੇ ਡਿੱਗ ਪੈਣਾ।
ਦੁੱਧ ਇਹਨਾਂ ਨਹੀਂ ਪੀਣਾ, ਪੱਠੇ ਇਹਨਾਂ ਨਹੀਂ ਪਾਉਣੇ, ਦਹੀਂ ਦੰਦੀ ਵੜਦਾ, ਲੱਸੀ ਕਿਤੇ ਵੇਖਾਂ ਨਹੀਂ ਮਿਲਦੀ। ਇਹ ਭਗਤੀ ਕਰ ਲੈਣਗੇ। ਪਹਿਲਾਂ ਸਿਹਤਾਂ ਠੀਕ ਕਰੋ। ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ, ਜੋ ਦੇਹੀ ਸੋ ਦੇਹੀ ਲੈ ਪਾਲ, ਜੋ ਦੇਹੀ ਪ੍ਰਭ ਸਿਮਰਿਐ ਸੋ ਦੇਹੀ ਲੈ ਪਾਲ। ਸਰੀਰ ਦਾ ਵੀ ਧਿਆਨ ਰੱਖੋ। ਪਹਿਲਾਂ ਸਿਹਤ ਠੀਕ ਕਰੋ, ਫਿਰ ਕਰੋ 50-50 ਪਾਠ, 100-100 ਪਾਠ। 3 ਪਾਠ ਕਰ ਲੈਣ, ਐ ਸਿਰ ਫੜ ਕੇ ਬਹਿ ਜਾਂਦੇ ਨੇ। ਕੀ ਕਰਾਂਗੇ? ਤੇ ਹੋਰ ਤੁਸੀਂ ਕਰਨਾ। ਜਿਨ੍ਹਾਂ ਮਹਾਂਪੁਰਸ਼ਾਂ ਨੇ ਮਿਹਨਤਾਂ ਕੀਤੀਆਂ, ਜਿਨ੍ਹਾਂ ਨੇ ਦਰਸ਼ਨ ਕੀਤੇ, ਤੁਸੀਂ ਦੇਖਿਆ ਹੀ ਹੋਣਾ। ਖੇਤੀ ਵੀ ਕਰੀ ਜਾਂਦੇ, ਦੀਵਾਨ ਵੀ ਲਾਈ ਜਾਂਦੇ, ਸਾਰਾ ਹੀ ਕੰਮ ਕਰੀ ਜਾਂਦੇ। ਧਿਆਨ ਦਿਓ। ਇਸ ਕਰਕੇ ਬੰਦਗੀ ਕਰਨ ਵਾਸਤੇ ਕੁਛ ਸਿਹਤਾਂ ਵੀ ਠੀਕ ਚਾਹੀਦੀਆਂ। ਬਾਕੀ ਮੈਂ ਬੇਨਤੀ ਕੀਤੀ ਸੀ, ਬਹੁ ਗਿਣਤੀ ਆਪਾਂ ਬਗਲੇ ਦੇਖਦੇ ਹਾਂ, 1000-1000 ਕੱਢੇ ਹੀ ਉੱਡੇ ਫਿਰਦੇ ਨੇ। ਕਿਤੇ ਹੰਸਾਂ ਨੂੰ ਤਾਂ ਦੇਖਿਆ ਨਹੀਂ ਵੀ 1000, ਕਈਆਂ ਨੇ ਤਾਂ ਸੁਣੇ ਹੀ ਹੋਣੇ ਨੇ, ਕਿਸੇ ਵਿਰਲੇ ਵੇਖੇ ਹੋਣੇ ਨੇ। ਇਸ ਕਰਕੇ ਜੰਗਲ 'ਚ ਚਲੇ ਜਾਓ, ਉੱਥੇ 1500 ਗਿੱਦੜ ਇਕੱਠਾ ਹੀ, ਸ਼ੇਰ ਕਿਤੇ 1 ਕਿਤੇ 2। ਆਪਾਂ ਕਹੋ ਬਹੁ ਗਿਣਤੀ ਵੱਲ ਨਹੀਂ ਜਾਣਾ। ਜਿਹੜੇ ਇਹਨਾਂ ਗੱਲਾਂ 'ਚ ਪਏ ਨਾ, ਲੈ ਇੰਨੀ ਦੁਨੀਆ ਉਹਨਾਂ ਸਾਰਿਆਂ ਕਿਤੇ ਅੰਮ੍ਰਿਤ ਛਕਿਆ। ਉਹ ਭਾਈ ਗਿੱਦੜਾਂ ਨੂੰ ਕੀ ਲੋੜ ਹੈ? ਸ਼ੇਰਾਂ ਦੇ ਬੱਚਿਆਂ ਨੇ ਸ਼ੇਰ ਬਣਨਾ। ਇਸ ਕਰਕੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਹਾਂ, ਅਸੀਂ ਅੰਮ੍ਰਿਤ ਛਕਣਾ। ਅਸੀਂ ਇੱਧਰ ਉੱਧਰ ਧਿਆਨ ਨਹੀਂ ਦੇਣਾ, ਬਹੁ ਗਿਣਤੀ ਵੱਲ ਧਿਆਨ ਨਹੀਂ ਦੇਣਾ। ਇਹ ਤੂੜੀਆਂ ਦੇ ਟਰੱਕ ਜਾ ਰਹੇ ਨੇ, ਹੀਰਿਆਂ ਦੇ ਕਦੇ ਟਰੱਕ ਵੇਖੇ ਕਿਸੇ ਨੇ? ਮਹਾਂਪੁਰਸ਼ ਹੁੰਦੇ ਨੇ ਵਿਰਲੇ ਵਿਰਲੇ, ਜਿਨ੍ਹਾਂ ਨੇ ਉਸ ਪਦਵੀ 'ਤੇ ਪਹੁੰਚਣਾ ਹੈ। ਮੈਂ ਥੋੜ੍ਹਾ ਜਿਹਾ ਧਿਆਨ ਦਿਆਂ। ਵੱਡੇ ਮਹਾਰਾਜ ਜੀ ਆਏ ਇੱਥੇ ਸਾਲ 1972 ਵਿੱਚ, 14 ਦੀਵਾਨ ਕਰਨੇ ਸੁਸਾਇਟੀ ਵਿੱਚ ਹੋਏ। ਮੈਂ ਤੇ ਵੱਡੇ ਵੀਰ ਜੀ ਦੇਖਦੇ ਹੀ ਸੀ। ਕਹਿੰਦੇ ਬੇਟਾ ਬੈਠੋ, ਤੁਸੀਂ ਕਥਾ ਸੁਣੋ ਮਹਾਂਪੁਰਸ਼ਾਂ ਦੇ ਬਚਨ। ਭੱਜੇ ਹੀ ਫਿਰਦੇ, ਕਦੀ ਇੱਧਰ ਕਦੀ ਇੱਧਰ, ਕਦੀ ਲੰਗਰ ਵੱਲ, ਕਦੀ ਜੋੜਿਆਂ ਵੱਲ, ਕਦੀ ਮਹਾਰਾਜ ਜੀ ਵੱਲ, ਕਦੀ ਕਿਤੇ ਕਦੀ ਕਿਤੇ ਕਦੀ ਕਿਤੇ। ਜਿਵੇਂ ਸਾਡੇ ਬਾਬਾ ਜੀ ਇੰਨੇ ਭੱਜੇ ਫਿਰਦੇ ਨੇ। ਲੈ ਕੇ ਆਏ ਸੀ। ਅੱਜ ਕੱਲ੍ਹ ਜਦੋਂ ਬੜੇ ਬੜੇ ਮਹਾਂਪੁਰਸ਼ਾਂ ਕੋਲ ਜਾਂਦੇ ਨੇ, ਇਹ ਚਾਹੁੰਦੇ ਨੇ ਇੱਕ ਤੇ ਅੱਗੇ ਚਾਦਰ ਵਿਛਾਈ ਹੋਵੇ, ਕੁਛ ਮੱਥੇ ਟੇਕਣ ਵਾਲੇ। ਬੱਲੇ ਬੱਲੇ ਬੱਲੇ, ਇਹ ਸੰਤਾਂ ਦਾ ਸੇਵਕ ਹੈ, ਇਹ ਤੇ ਉੱਤੋਂ ਹੀ ਉਤਰਿਆ ਆ। ਇਹੋ ਜਿਹੇ ਕਰਨ ਵਾਲੇ ਨਾ ਉਹਨਾਂ ਕੁਛ ਖੱਟਿਆ ਤੇ ਨਾ ਉਹਨਾਂ ਖੱਟਣਾ। ਮੈਂ 47 ਸਾਲ ਦੇ ਤਜਰਬੇ ਦੀਆਂ ਗੱਲਾਂ ਦੱਸਦਾ। ਆਪਣਾ ਆਪ ਵਿੱਚੋਂ ਮਿਟਾਓ, ਜਿੰਨਾ ਮਿਟਾਓਗੇ ਉਹਨੇ ਉੱਠਦੇ ਜਾਓਗੇ। ਮੈਂ ਉੱਥੇ ਰਤਵਾੜਾ ਸਾਹਿਬ ਗਿਆ ਤੇ ਉੱਥੇ ਅੱਜ ਜਸਵੰਤ ਸਿੰਘ ਭਲੀਏ ਵਾਲਾ, ਹੋਰ ਸਾਰੇ ਮਹਾਰਾਜ ਜੀ ਆਂਦੇ ਪੰਡਾਲ ਡਿੱਗ ਪਿਆ, ਪਰਾਲੀ ਇਕੱਠੀ ਕਰ ਲਈ। ਹਾਂਜੀ, ਅਸੀਂ ਬੜੀ ਹਿੰਮਤ ਮਾਰੀ ਜੀ, ਐਂ ਜੀ ਆਓ ਜੀ। ਪਹਿਲਾਂ ਅਸੀਂ ਰੋਟੀਆਂ ਖਾਣ ਬਹਿ ਗਏ ਮੁਜ਼ੱਫਰਨਗਰੋਂ ਪਰਾਂ, ਤੇ ਜਸਵੰਤ ਸਿੰਘ ਆਂਦਾ ਮੈਨੂੰ, ਭਾਜੀ ਤੁਹਾਡੀ ਮੈਂ ਨਹੀਂ ਚੱਲਣ ਦੇਣੀ, ਮੈਂ ਮਾਤਾ ਜੀ ਨੇ ਇਹੋ ਜਿਹਾ ਪੜ੍ਹਾ ਦੇਣਾ, ਆਖੇ ਤਾਂ ਤੁਹਾਨੂੰ ਮੱਥੇ ਹੀ ਨਾ ਲਾਵੇ, ਮੈਂ ਜੋ ਕਰਨਾ ਕਰ ਲਈ ਮੇਰਾ। ਮੈਂ ਸੱਚ ਬੋਲਦਾ ਨੂੰ ਅੱਖ ਮਾਰੇ ਤੇ ਹੱਥ ਰੱਖੇ, ਮੁੱਕਰ ਕੇ ਵਿਖਾਏ, ਮੈਂ ਮਨਾ ਦਾਂਗਾ ਸਾਰਾ ਕੁਛ। ਸੋ ਇਸ ਕਰਕੇ ਸਾਰਾ ਕੁਛ ਚੱਲਦਾ ਰਿਹਾ। ਮੈਂ ਕਿਹਾ ਮਹਾਰਾਜ ਜੀ ਇਹ ਸੁੱਤੇ ਰਹੇ ਜੇ। ਇਹ ਭਾਜੀ ਲੱਗੇ ਸੀ ਸ਼ਾਮੀ, ਤੇ ਉਹਨਾਂ ਦੀਆਂ ਅੱਖਾਂ ਸੁੱਜੀਆਂ। ਉਹਨਾਂ ਤੇ ਆ ਕੇ ਆਪ ਜੀ ਨੂੰ ਦੱਸਿਆ ਵੀ ਨਹੀਂ ਵੀ ਮੈਂ ਲੱਗਾ। ਕਹਿੰਦੇ ਬੇਟਾ ਮੈਂ ਸਭ ਜਾਣਨਾ, ਇਹ ਗੱਪੀਆਂ ਦੀਆਂ ਵੀ ਸੁਣ ਲੈਣ ਦੇ। ਸੁਣ ਲਓ, ਗੱਪੀਆਂ ਦੀਆਂ ਵੀ ਸੁਣ ਲੈਣ ਦੇ। ਜਿਹੜਾ ਮਿਹਨਤ ਕਰਦਾ ਉਹ ਹੀ ਉੱਚਾ ਉੱਠਦਾ। ਮਹਾਰਾਜ ਜੀ ਸੀ ਤੇ ਜਦੋਂ ਵੱਡੇ ਮਹਾਂਪੁਰਸ਼ਾਂ ਕੋਲ ਹੁੰਦੇ, ਰਾੜਾ ਸਾਹਿਬ ਵਾਲੇ, ਗਿੱਟਿਆਂ 'ਚ ਲਹੂ ਚੱਲਦਾ, ਦਿਨ ਰਾਤ ਸੇਵਾ, ਦਿਨ ਰਾਤ ਸੇਵਾ। ਇੰਨੀ ਕਮਾਈ ਕੀਤੀ ਤੇ ਫਿਰ ਧਾਰਨਾ ਪੜ੍ਹਦੇ ਹੁੰਦੇ, ਨਾਮ ਜਪੀਏ ਤੇ ਦੂਰ ਹੁੰਦੇ ਦੁਖੜੇ, ਸੇਵਾ ਕਰਕੇ ਮਾਣ ਪਾਈ ਦਾ ਕਰਕੇ ਵਿਖਾ ਦਿੱਤੀ। ਪਤਾ ਨਹੀਂ ਕਿੰਨੇ ਜਨਮਾਂ ਦੀ ਕਮਾਈ, ਪਰ ਜਿੰਨਾ ਚਿਰ ਰਹੇ ਕਰਕੇ ਵਿਖਾ ਦਿੱਤੀ। ਸੇਵਾ ਇੰਝ ਕਰੀ ਦੀ ਹੁੰਦੀ ਹੈ, ਦਿਨ ਰਾਤ ਇੱਕ ਕਰ ਛੱਡਿਆ। ਨਾਮ ਦੀ ਜਿਹੜੀ ਮਿਹਨਤ ਹੈ, ਨਾਮ ਦੀ ਜਿਹੜੀ ਕਮਾਈ ਹੈ, ਨਾਮ ਦੀ ਜਿਹੜੀ ਬਖਸ਼ਿਸ਼ ਹੈ, ਬੰਦੇ ਦੇ ਤੇ ਅੰਦਰ ਹੀ ਬਹੁਤ ਕੁਛ ਹੈ। ਉਹ ਕਿੱਥੇ ਹਉਮੈ ਨਾਵੇਂ ਨਾਲ ਵਿਰੋਧ ਹੈ, ਦੋ ਹੀ ਨਾ ਬਸੇ ਇਕਠਾਏ। ਇਸ ਕਰਕੇ ਸਿੱਖ ਜਿਹੜੇ ਨੇ ਭਾਵੇਂ ਥੋੜ੍ਹੇ ਹੋਣ ਗਿਣਤੀ ਵਿੱਚ, ਗੁਰਮੁਖ, ਪਰ ਇਹ ਹੀਰਿਆਂ ਵਾਂਗੂ ਆਪਣੇ ਥਾਂ 'ਤੇ ਇਹਨਾਂ ਦੀ ਕੀਮਤ ਹੈ। ਮਹਾਂਪੁਰਸ਼ ਵਿਰਲੇ ਵਿਰਲੇ ਨੇ,
हैन विरले नाही घने फैल फक्कड़ संसार। किते कोट मदे कोई विरला सेवक और सगले बिहारी। बाकी तो ठीक है, गंगा गया गोदावरी संसार के काम। जिथे जाना है आहो नहाउण गए सी, मैं भी जाना भाई, कोई गुनाह छड्ड के आ, कोई गलती छड्ड के आ। एक बार इत्थे दीवान सी ते मैं महाराज जी नूं बेनती की, मैं महाराज जी आप जी का ऐन लगता कुछ थकेवा जिहा। कहते बेटा 3 दिन हो गए, सारी रात भी बैठे रहे दिने। ऐसा बड़िया मेहनत कीतियां। वो फिर जिहड़ी आवाज़ विच शक्ति हुंदी है ना, वो मनमुखां दा सुधार करती है। संत महाराज अतर सिंह जी कहते रागियां ढाडियां नूं कहंदे नगोरिया बारे बोलो, तो बोली जाओ, बोली जाओ। अज की तरीक च ढाडी जिहड़े ने 60% शराब पींदे, नहीं तो लियाओ सारे इंडिया दे इकट्ठे करके, मैं देखो पींदे कि नहीं पींदे। और जिहड़े आप ही शराबां पींदे ने, इन्हां दे आखे दुनिया सुधर जाएगी, जिहड़े आप ही नहीं सुधरे। इस करके जिन्ना चिर बंदा आप नहीं सुधरदा, उदों जेड़ा उठदा 2.5 घंटे नाम जपो, 2.5 घंटे नाम जपो। उन्होंने पुछो तू जपदा हुंदा है? कह रहे हैं तू जपदा हुंदा है? तेरे ते प्यो ने भी नहीं 2.5 घंटे जपया। उन्हां दे कहे ते दुनिया सुधरदी है। जिसके अंतर वसै निरंकार, तिसकी छीक तरे संसार। ਉਹਦੇ ਕਹਿਣ ਤੇ ਦੁਨੀਆ ਸੁਧਰੇਗੀ ਤੇ ਸੁਧਰੀ ਹੈ। ਵੀ ਮਹਾਰਾਜ ਜੀ ਨੇ 7.5 ਲੱਖ ਨੂੰ ਅੰਬਰ ਛਕਾ ਦਿੱਤਾ, ਰਾੜਾ ਸਾਹਿਬ ਵਾਲਿਆਂ ਨੇ, ਰਤਵਾੜਾ ਸਾਹਿਬ ਵਾਲਿਆਂ ਨੇ 4.5 ਲੱਖ ਨੂੰ ਛਕਾ ਦਿੱਤਾ। ਕਿਸੇ ਢਾਡੀ ਰਾਗੀ ਨਾ ਮਾਈ ਦੇ ਲਾਲ ਨੇ ਛਕਾ ਦਿੱਤਾ, ਉਹ ਤੇ ਆਪ ਹੀ ਨਹੀਂ ਸੁਧਰੇ। ਆ ਮੇਟ ਰਾਗੀ ਸੀ, ਐ ਹਿੱਲੀ ਜਾਣ। ਉਹ ਅੱਗੇ ਸੀ ਬਾਡੀ ਲਵਾਉਣ ਹਰਜੀਤ ਸਿੰਘ, ਬੜੇ ਸਾਲਾਂ ਦੀ ਗੱਲ। ਇਹ ਹਿੱਲਦੇ ਬੜੇ ਹੋ, ਕਹਿੰਦੇ ਪਾਪਿਆਂ ਨੇ ਪੈਸੇ ਨਹੀਂ ਦੇਣੇ, ਐ ਹਿੱਲ ਜਾਣਾ। ਨਾਮ ਦੀ ਗੱਲ ਹੋਰ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਆਉਂਦਾ, ਨਾਚੋ ਰੇ ਮਨ ਗੁਰ ਕੇ ਆਗੇ। ਕਿਤੇ ਲਿਖਿਆ ਵੀ ਸਰੀਰ ਕਰਕੇ ਨੱਚੋ। ਕੋਈ ਬਾਹਾਂ ਖੜੀਆਂ ਕਰੀ ਜਾਂਦਾ, ਕੋਈ ਲੱਤਾਂ ਖੜੀਆਂ ਕਰੀ ਜਾਂਦਾ, ਕੋਈ ਤਾਂ ਨੂੰ ਨੱਚੀ ਜਾਂਦਾ, ਕੋਈ ਠਾਂ। ਕਿਹੜੇ ਗੁਰੂ ਨੇ ਭੰਗੜਾ ਪਾਇਆ ਸੀ ਭਾਈ? ਅਰਥਾਂ ਦੇ ਨਰਥ ਹੋ ਰਹੇ ਨੇ। ਨਾਚੋ ਰੇ ਫਲਾਣਾ ਬੰਦਾ ਉਹ ਇਹੋ ਜਿਹਾ ਕਿਸੇ ਦੀਆਂ ਉਂਗਲਾਂ ਤੇ ਨੱਚਦਾ, ਮੈਂ ਸਿਰ ਦੀਆਂ ਠੀਕਰੀਆਂ ਭੰਨ ਛੜੀਆਂ, ਮੇਰੇ ਆਖੇ ਨਹੀਂ ਲੱਗਦਾ। ਮਤਲਬ ਇਹ ਹੈ ਨਾਚੋ ਰੇ ਕਿ ਗੁਰੂ ਗ੍ਰੰਥ ਸਾਹਿਬ ਦੇ ਆਖੇ ਲੱਗ। ਅਰਥ ਤੇ ਇਹ ਹੈ, ਉਹ ਨੱਚੀ ਜਾਂਦੇ ਨੇ, ਐਂ ਕਰੀ ਜਾਂਦੇ ਨੇ। ਔਰੰਗਜ਼ੇਬ ਦੇ ਟਾਈਮ ਕਵਾਲੀਆਂ ਹੋਈਆਂ ਦਿੱਲੀ, ਤੇ ਉਹ ਬੜਾ ਇਕੱਠੇ ਹੋ ਗਏ ਲੋਕ, ਤੇ ਬੜੇ ਐ ਹਿਲਣ, ਥੋੜਾ ਥਥਾੜਦਾ, ਬੜਾ ਮੌਜ ਬਣੀ ਪਈ ਹੈ। ਅਕਬਰ ਦੇ ਟਾਈਮ ਵੀ ਹੋਇਆ ਸੀ। ਤੂੰ ਕਹਿੰਦਾ ਵਜ਼ੀਰ ਨੂੰ ਵੀ ਬੜੇ ਝੂਮ ਰਹੇ ਨੇ ਸਾਰੇ। ਕਹਿੰਦੇ ਕੱਲ੍ਹ ਦਾ ਦਿਨ ਜਿਹੜਾ ਮੈਨੂੰ ਹੁਕਮ ਚਲਾ ਲੈਂਦੇ। ਕਹਿੰਦੇ ਠੀਕ। ਐਲਾਨ ਕਰ ਦਿੱਤਾ ਗਿਆ ਦਿੱਲੀ, ਜਿਹੜਾ ਕੱਲ੍ਹ ਤੁਹਾਡੇ ਵਿੱਚੋਂ ਨਾ ਆਇਆ ਫਾਂਸੀ। ਉਹ ਸਵੇਰੇ ਜਾ ਕੇ ਬਹਿ ਗਏ। ਖੂਹ ਪੁੱਟ ਲਏ, ਖੂਹ 7-8 ਖੂਹ। ਉਹਨਾਂ ਵਿੱਚ ਲੱਕੜਾਂ ਸੁੱਟ ਦਿੱਤੀਆਂ, ਉਹਨਾਂ ਵਿੱਚ ਅੱਗ ਬਾਲ ਦਿੱਤੀ ਗਈ। ਐਲਾਨ ਹੋ ਗਿਆ ਜਿਹੜਾ ਝੂਮੇਗਾ ਹਿੱਲੇਗਾ ਨਾ, ਇਹ ਉਹਨੂੰ ਅੱਗ 'ਚ ਸੁੱਟ ਦਿੱਤਾ ਜਾਏਗਾ। ਕਿਤੇ ਮੱਖੀ ਲੜੇ ਤਾਂ ਵੀ ਨਾ ਹਿੱਲਣ, ਮੌਤ ਦਿਸਦੀ ਆ। 7 ਹਿੱਲੇ 7 ਉਸੇ ਤਰ੍ਹਾਂ ਝੂਮ ਰਹੇ ਨੇ। ਉਹ ਕਹਿੰਦੇ ਤੁਹਾਨੂੰ ਮੌਤ ਨਹੀਂ ਦਿਸਦੀ? ਕਹਿੰਦੇ ਕਿਆ ਹੋਤੀ ਹੈ ਮੌਤ, ਅੱਗੇ ਕਦੇ ਦੇ ਲੰਘ ਗਏ, ਕਿਆ ਹੋਤੀ ਹੈ। ਉਹਨਾਂ ਫੜ ਕੇ ਉਹਦੇ ਵਿੱਚ ਸੁੱਟ ਦਿੱਤਾ, ਗੇਂਦ ਵਾਂਗੂ ਬਾਹਰ, ਸੰਤ ਅਤਰ ਸਿੰਘ ਵਾਂਗੂ। ਫੇਰ ਕਹਿੰਦੇ ਬਾਹਰ। ਕਹਿੰਦੇ ਉਹ ਔਰੰਗਜ਼ੇਬ ਚਾਹੇ ਤਾਂ ਤੇਰੀ ਬਾਦਸ਼ਾਹੀ ਗਰ ਕਰ ਦੇ। ਕਹਿ ਕੇ ਚਰਨਾਂ 'ਤੇ ਪੈ ਗਿਆ। ਰਹਿਣ ਦਿਓ, ਖਿਮਾ ਕਰੋ, ਖਿਮਾ ਕਰੋ, ਖਿਮਾ ਪੀਰ ਜੀ, ਖਿਮਾ ਖਿਮਾ। ਸਾਰੀ ਦਿੱਲੀ ਹਿਲਾ ਕੇ ਰੱਖ ਦਿੱਤੀ। ਹੈਣ ਵਿਰਲੇ ਨਾਹੀਂ ਕਣੇ। ਕੋਈ ਮਸਤੀ ਵਾਲੀ ਨਾਮ ਦੀ ਰੰਗੀ ਰੂਹ, ਨਾਮ ਵਿੱਚ ਮਾੜਾ ਮੋਟਾ ਕੋਈ ਉਹਨੂੰ ਵੇਖ ਕੇ ਦੂਜੇ ਉਹ ਜੀ ਲੀ ਜਾਂਦੇ ਵੀ ਆਖਣ ਇਹ ਨਾ ਕਿਤੇ ਪਿੱਛੇ ਰਹਿ। ਪਟਿਆਲੇ ਸਤਸੰਗ ਸੀ, ਕਥਾ ਹੋ ਰਹੀ ਸੀ ਗੁਰਬਾਣੀ ਦੇ ਅਰਥ। ਅੱਜ ਤੋਂ 5 ਸਾਲ ਪੁਰਾਣੀ ਗੱਲ ਮੈਂ ਬੇਨਤੀ ਕਰਾਂ। ਇੱਕ ਨੇੜੇ ਬੈਠਾ ਹਿੱਲੇ ਬੜਾ, ਟਰੱਕ ਚਲਾਉਂਦਾ ਡਰਾਈਵਰ ਸੀ। ਤੇ ਲੋਕਾਂ ਕਿਹਾ ਇਹਨੂੰ ਬੜੀ ਮਸਤੀ ਆਉਂਦੀ ਹੈ। ਭੋਗ ਪਿਆ ਤੇ ਉਹਨੂੰ ਪੁੱਛਿਆ, ਉਹ ਕਹਿੰਦਾ ਮੈਨੂੰ ਬਿਮਾਰੀ ਹੈ ਹਿੱਲਣ ਦੀ। ਕਈਆਂ ਨੂੰ ਹਿੱਲਣ ਦੀ ਬਿਮਾਰੀ ਹੁੰਦੀ ਹੈ, ਹਿੱਲੀ ਜਾਣਾ। ਉਹ ਬਿਮਾਰ ਵਿਚਾਰਾ। ਤੇ ਉਹਨੇ ਕਹਿਣਾ ਵੀ ਆਹ ਪਤਾ ਨਹੀਂ
ਸਾਨੂੰ ਇਹ ਹੀ ਨਹੀਂ ਪਤਾ ਲੱਗ ਸਕਿਆ ਕਿੰਨੇ ਕਿੰਨੇ ਸਾਲ ਕਿ ਸੰਤਾਂ ਦੇ ਲੱਛਣ ਕੀ ਨੇ। ਉਹ ਹਿੱਲੀ ਜਾਵੇ ਉਹਨੂੰ ਮੱਥੇ ਟੇਕੀ ਜਾਂਦੇ। ਇੱਥੇ ਨਾ ਉਹ ਕਲਿਆਣ ਦਾਸ ਜੀ ਆਏ, ਉਹ ਛੱਪਰੀ 'ਚ ਬੈਠੇ, 60 ਕੋਨੇ ਕੀਤੇ ਇਕੱਠੇ। ਮੈਂ ਪਿੱਛੋਂ ਜੀ ਜਾ ਕੇ ਉਹਦੇ ਪਿੱਛੇ ਖਲੋ ਗਿਆ। ਜਿਵੇਂ ਗੱਲ ਹੋਈ ਮੈਂ ਉਵੇਂ ਹੀ ਦੱਸਣਾ। ਤੇ ਉਹ ਕਹਿੰਦਾ ਕਿੰਨਾ ਚਿਰ ਹੋ ਗਿਆ ਖੂਬੀਆ ਨੰਗਲ ਆਉਂਦਿਆਂ? ਬਾਬਾ ਜੀ ਸਾਨੂੰ 20 ਸਾਲ ਹੋ ਗਏ, ਅਜੇ ਤੁਹਾਡਾ 10ਵੇਂ ਦੁਆਰ ਨਹੀਂ ਖੋਲ੍ਹਿਆ ਖੂਬੀਆ ਨੰਗਲ ਵਾਲਿਆਂ ਨੇ। ਕਹਿੰਦੇ ਪਾਠ ਹੀ ਦੱਸੀ ਜਾਂਦੇ ਨੇ। ਕਹਿੰਦੇ ਸਾਡੇ ਉੱਥੇ ਆਇਆ ਕਰੋ, ਵੇਖੋ 15 ਦਿਨਾਂ 'ਚ ਖੋਲ੍ਹ ਦਿੰਦੇ ਹਾਂ। ਮੈਂ ਮੋਢੇ 'ਤੇ ਹੱਥ ਮਾਰਿਆ, ਮੈਂ 10ਵਾਂ ਦਰ ਤੇ ਤੇਰਾ ਵੀ ਨਹੀਂ ਖੁੱਲ੍ਹਾ, ਕਿੰਨੇ ਕੁ ਕਬੀਰ ਬਣਾ ਦੇਗਾ। ਅੱਜ ਦੁਕਾਨਾਂ ਚੱਲ ਰਹੀਆਂ ਨੇ, ਧਿਆਨ ਦਿਓ ਖਾਲਸਾ ਜੀ, ਤੁਸੀਂ ਅੰਮ੍ਰਿਤ ਛਕੋ, ਤੁਹਾਨੂੰ ਕਾਟ ਦਿੰਦੇ ਆ, ਤੁਸੀਂ ਗੁਰਸਿੱਖ ਬਣ ਗਏ ਹੋ। ਕਿਹੜੇ ਗੁਰੂ ਨੇ ਦਿੱਤੇ ਸੀ ਕਾਟ? ਆ ਥੋੜ੍ਹੇ ਦਿਨ ਇੱਕ ਮਿਲਿਆ, ਮੈਂ ਜੀ ਪੰਜਾਬ ਚੱਲਿਆ, ਉੱਥੇ 40 ਦਿਨਾਂ 'ਚ ਬ੍ਰਹਮ ਗਿਆਨੀ ਬਣਾ ਕੇ ਗੇਟੋਂ ਬਾਹਰ ਕੱਢ ਦਿੰਦੇ ਨੇ। ਤਾਂ ਲੋਕਾਂ ਪੰਜਾਬ 'ਚ ਸਿਰ ਮਨਾਏ ਨੇ। ਤੀਜੇ ਦਿਨ 40-50 ਬ੍ਰਹਮ ਗਿਆਨੀ ਨਿਕਲਦੇ ਨੇ। ਬਾਬਾ ਬੁੱਢਾ ਸਾਹਿਬ ਦੀ ਅੰਸਾ ਵਿੱਚ 5 ਹੀ ਹੋਏ ਨੇ। ਰਹੋ ਵਿਚਾਰ, ਇਹਨਾਂ ਲੋਕਾਂ ਨੇ ਉਹ ਜਿਹੜਾ ਜੀਵਨ ਹੈ ਨਾ ਮਹਾਂਪੁਰਸ਼ਾਂ ਦਾ, ਉਹਦੀ ਖੇਡ ਬਣਾ ਲਈ। ਲੋਕੀ ਕਹਿੰਦੇ ਇਹੋ ਜਿਹੇ ਬ੍ਰਹਮ ਗਿਆਨੀ ਆ ਕੇ ਘਰਦੇ ਨੂੰ ਕੁੱਟੀ ਜਾਂਦੇ ਨੇ। ਮੈਂ ਬ੍ਰਹਮ ਗਿਆਨੀ ਹਾਂ, ਲਾ ਮੇਰੀ ਜੁੱਤੀ ਨੂੰ ਹੱਥ, ਕਰ ਮੇਰੀ ਸੇਵਾ। ਆ ਬ੍ਰਹਮ ਗਿਆਨੀਆਂ ਦੇ ਕੰਮ। ਉਹ ਅਸਲ ਨੂੰ ਹੋਰ ਤਰ੍ਹਾਂ ਮਰੋੜੀ ਜਾ ਰਹੇ ਨੇ। ਤੁਸੀਂ ਵੇਖਿਆ ਹੋਣਾ ਇਹ ਖਾਲਸਾ ਢਾਬਾ ਦੇ ਵਿੱਚ ਸ਼ਰਾਬ। ਕੀ ਹੋਏਗਾ ਅੱਜ ਤੋਂ 50 ਸਾਲ ਬਾਅਦ? ਇਹ ਆ ਖਾਲਸੇ ਇਹੋ ਜਿਹੇ ਨੇ। ਕਿਸੇ ਨੇ ਕੁਛ ਨਾਂ ਲਿਖ ਛੜਿਆ, ਕਿਸੇ ਨੇ ਜਿਹੜਾ ਜੰਮਦਾ ਫਲਾਣਾ ਖਾਲਸਾ। ਰਾੜਾ ਸਾਹਿਬ ਵਾਲੇ ਮਹਾਰਾਜ ਨੇ ਅੱਗੇ ਲਵਾਇਆ ਸੀ ਨਾ ਖਾਲਸਾ। ਅਸਲੀ ਖਾਲਸੇ ਨਾ, ਖਾਲਸਾ ਮੇਰਾ ਰੂਪ ਹੈ ਖਾਸ। ਮਹਾਰਾਜ ਜੀ ਕਹਿੰਦੇ ਹੁੰਦੇ ਸੀ, ਭਾਈ ਮੈਂ ਤਾਂ ਵਰਿਆਮ ਸਿੰਘ ਗਿੱਲ ਹਾਂ, ਸਰਦਾਰ ਜੀ ਹਾਂ। ਉਹ ਜਾਜ ਦੱਸਦੇ ਸੀ ਲੋਕਾਂ ਨੂੰ, ਥੱਲੇ ਰਹੋ ਥੋੜ੍ਹੇ ਜਿਹੇ। ਬ੍ਰਹਮ ਗਿਆਨੀ ਸਗਲ ਕੀ ਰਹਿਣਾ। ਜਿਹੜਾ ਮਾੜਾ ਜਿਹਾ 2 ਸੁਰਾ ਸਿੱਖਦਾ, ਮਾੜੀ ਜੀ ਸਰੰਗੀ ਹੈ, ਫਲਾਣਾ ਖਾਲਸਾ ਫਲਾਣਾ ਖਾਲਸਾ। ਜੇ ਕਿਤੇ ਲੋੜ ਪੈ ਗਈ ਖਾਲਸੇ ਦੇ ਤੇਲ ਕੱਢਣ ਦੀ, ਤੇ ਨਾ ਫੱਟ ਨਾ ਮਿਟਾ ਦੇਣੇ ਨੇ ਉੱਤੋਂ, ਫੱਟ। ਜਿਵੇਂ ਬ੍ਰਹਮ ਗਿਆਨੀ ਫਿਰ ਅਸਲੀ ਜਿਹੜੇ ਨਹੀਂ ਖਵਾਉਂਦੇ ਉਹਨਾਂ ਮੈਦਾਨ 'ਚ ਨਿੱਤਰ ਕੇ ਆਉਣਾ। ਕਹਿੰਦੇ ਆਓ ਜਿੰਨੇ ਆਉਣਾ ਤੁਹਾਨੂੰ ਦੱਸਦੇ ਹਾਂ ਖਾਲਸੇ ਕਿਹੋ ਜਿਹੇ ਹੁੰਦੇ ਨੇ। ਹੈਗੇ ਬਾਕੀ ਤਾਂ ਠੀਕ ਹੈ ਜੀ। ਇਹ ਫਲਾਣਾ ਖਾਲਸਾ ਇਹ ਘੰਟੇ ਦਾ 71,000 ਲੈਂਦਾ। ਇਹ ਫਲਾਣਾ ਖਾਲਸਾ ਘੰਟੇ ਦਾ। ਕਿਹੜੇ ਗੁਰੂ ਦੇ ਜੀਵਨ 'ਚ ਲਿਖਿਆ ਵੀ ਖਾਲਸਾ ਘੰਟੇ ਦਾ ਇੰਨਾ ਲੈਂਦਾ ਹੁੰਦਾ ਸੀ? ਇਹ ਸਭ ਦੁਕਾਨਾਂ ਨੇ। ਆਪਾਂ ਇਹਨਾਂ ਗੱਲਾਂ ਨੂੰ ਸੋਚਣਾ, ਬੰਦਗੀ ਕਰਨੀ ਹੈ, ਜੀਵਨ ਵਾਲੇ ਮਹਾਂਪੁਰਸ਼ਾਂ ਤੋਂ ਸਿੱਖਿਆ ਲੈਣੀ ਹੈ। ਫਾਰਮ ਵੀ ਚਲਾਉਂਦੇ ਰਹੇ, ਸਾਰਾ ਕੰਮ ਵੀ ਕਰਦੇ ਰਹੇ, ਤੇ ਦੁਨੀਆ ਵੀ ਸੁਧਾਰ ਦਿੱਤੀ। ਅਸੀਂ ਆਪਣਾ ਟੱਬਰ ਹੀ ਸੁਧਾਰ ਲਈਏ, ਘਰ ਤੋਂ ਹੀ ਸ਼ੁਰੂ ਕਰ ਦਈਏ, ਘਰ ਤੋਂ ਹੀ। ਫਿਰ ਹੌਲੀ ਹੌਲੀ ਪਿੰਡ। ਚੰਡੀਗੜ੍ਹ ਪਿਛਲੇ ਸਮਾਗਮ 'ਤੇ ਇੱਕ ਮੈਂ ਗੱਲ ਕੀਤੀ ਸੀ, ਭਰੀ ਹੋਣੀ ਉੱਥੇ, ਜੋ ਬੋਲੋ ਭਰ ਲੈਂਦੇ ਨੇ ਵਾਹਿਗੁਰੂ ਆ ਕੇ। ਮੈਂ ਕਿਹਾ ਜਿਹੜਾ ਉੱਠਦਾ ਮਹਾਰਾਜ ਜੀ ਦਾ ਮੇਰੇ ਨਾਲ ਬੜਾ ਪਿਆਰ, ਉਹ ਦੂਜਾ ਉੱਠਦਾ ਮਹਾਰਾਜ ਜੀ ਦਾ ਮੇਰੇ ਨਾਲ ਬੜਾ ਪਿਆਰ, ਤੀਜਾ ਆਂਦਾ ਮੈਂ ਪਿੱਛੇ ਨਾ ਰਵਾਂ, ਕਹਿੰਦਾ ਮੈਨੂੰ ਮਹਾਰਾਜ ਜੀ ਨੇ ਇੰਨੇ ਬਚਨ ਦਿੱਤੇ। ਮੈਂ ਕਿਹਾ ਸਾਲ ਬਾਅਦ ਦੱਸਿਆ ਕਰੋ ਕਿੰਨਿਆਂ ਨੂੰ ਉਮਰ ਚਕਾਇਆ ਜੀ, ਕਿੰਨਾ ਕੁ ਨਾਮ ਜਪਾਇਆ, ਦੱਸਿਆ ਕਰੋ ਇੱਥੇ। ਜੇ ਪਿਆਰ ਹੈ ਤੁਹਾਡੇ ਤੇ ਉਹ ਉਹਨਾਂ ਦਾ ਸੁਭਾਅ ਹੈ, ਉਹਨਾਂ ਸਾਰਿਆਂ ਨੂੰ ਪਿਆਰ ਨਾਲ ਬੋਲਣਾ ਐਸਾ। ਪ੍ਰਸਾਦ ਸਿੰਘ ਜਦੋਂ ਉੱਥੇ ਕਰਕੇ ਗੱਲ ਆਉਂਦੀ ਹੈ ਨਾ, ਫਿਰ ਕੋਈ ਵਿਰਲਾ ਵੱਡੇ ਵੀਰ ਜੀ ਨੇ ਕਿਹਾ ਸਟੇਜ 'ਤੇ ਵੀ ਸਾਰੀ ਮੇਰੇ 'ਤੇ ਕਿਰਪਾ ਹੈ। ਦੁਨੀਆ ਕਹੀ ਜਾਂਦੀ ਹੈ ਉਹਨਾਂ ਦਾ ਰੂਪ ਨੇ ਬੜੇ ਚੰਗੇ ਨੇ, ਦੋਵੇਂ ਇਸੇ ਪਾਸੇ ਲੱਗੇ ਨੇ, ਜੋ ਕੋਈ ਮਰਜ਼ੀ ਕਰੀ ਜਾਏ, ਜੋ ਮਰਜ਼ੀ ਵੀ ਸਾਡੇ 'ਤੇ ਬੜੀ ਕਿਰਪਾ ਹੈ ਜੀ। ਐਸਾ ਇਸ ਕਰਕੇ ਮਰ ਮਿਟਣਾ ਇਸ ਰਸਤੇ 'ਤੇ ਉਹ ਸਾਧ ਸੰਗ ਉੱਚਾ ਉੱਠਦਾ। ਕਾਹੇ ਰੇ ਬਗਵਾਦ ਲਾਇਓ ਜਿਨ ਹਰ ਪਾਇਓ ਤਿਨ ਛਪਾਇਓ। ਸੇਵਾ ਕਰੋ, ਸਿਮਰਨ ਕਰੋ, ਇੰਨੀ ਨਿਮਰਤਾ ਧਾਰਨ ਕਰੋ ਕਿ ਵੇਖਣ ਵਾਲੇ ਹੈਰਾਨ ਹੋ ਜਾਣ। ਹੈ ਇੱਕ ਐਸੀ ਨਿਮਰਤਾ ਹੈ ਸਿੱਖ ਵਿੱਚ। ਸੰਤਾਂ ਵਿੱਚ ਕੀ ਹੁੰਦਾ? ਸੱਤ, ਸੰਤੋਖ, ਦਇਆ, ਧਰਮ, ਧੀਰਜ, ਖਿਮਾ, ਗਰੀਬੀ, ਨਿਮਰਤਾ, ਇਕਾਗਰਤਾ, ਬਹੁਤ ਵੱਡੇ ਵੱਡੇ ਗੁਣ। ਉਹ ਗੁਣਾਂ ਦੀ ਧੂੜੀ, ਚਰਨਾਂ ਦੀ ਧੂੜੀ, ਬਚਨਾਂ ਦੀ ਧੂੜੀ ਜਿਨ੍ਹਾਂ ਨੇ ਕਮਾਈ, ਉਹ ਸਾਧ ਸੰਗ ਉੱਚੇ ਉੱਠਦੇ ਨੇ। ਉੱਚੇ
ਸਾਨੂੰ ਤੇ ਬਸ ਕੋਈ ਕਰ ਕਰਾ ਕੇ ਦੇ ਦੇ, ਜਿਵੇਂ ਹੁਣੇ ਆਪ ਜੀ ਦੱਸ ਰਹੇ ਵੀ ਬਸ ਕਿਰਪਾ ਹੀ ਕਰ ਦੋ ਜੀ, ਬਸ ਆ ਸਕੂਲੇ ਨਹੀਂ ਆਂਦੇ ਜਾ ਕੇ ਕਿਰਪਾ ਕਰ ਦੋ, ਪਾ ਦੋ 14 ਪੜ੍ਹੀਆਂ ਇਕੱਠੀਆਂ ਝੋਲੀ 'ਚ। ਉਹ ਕਹਿੰਦੇ ਨਹੀਂ ਤਾਂ ਬੇਟਾ ਪੜ੍ਹਨਾ ਪੜੇਗਾ। ਕਮਾਲ ਦੀ ਗੱਲ ਯਾਦ ਆ ਗਈ, ਮੈਂ ਮਹਾਰਾਜ ਜੀ ਕੋਲ ਬੈਠਾ, ਕਹਿੰਦੇ ਬੇਟਾ ਇੱਕ ਗੱਲ ਦੱਸ। ਮੈਂ ਕਿਹਾ ਦੱਸੋ ਜੀ। ਕਹਿੰਦੇ ਸਵਾਮੀ ਰਾਮ ਨੇ ਜਿਹੜੀ ਮੈਂ ਬੇਨਤੀ ਕੀਤੀ ਸੀ, ਉਹ ਵਰਲਡ ਲੈਵਲ ਦਾ ਬੰਦਾ ਸੀ, ਜਿਹਨੇ ਸਾਰੇ ਦੇਸ਼ ਝੁਕਾ ਛੱਡੇ। ਪਾਣੀ 'ਚ ਬਹਿ ਜਾਣਾ, ਸਮਾਧੀ ਲਾ ਕੇ 8-8 ਦਿਨ ਉੱਠਣਾ ਹੀ ਨਹੀਂ। ਮਹਾਰਾਜ ਜੀ ਕਹਿੰਦੇ ਡੱਡੂ 6 ਮਹੀਨੇ ਬਹਿ ਜਾਂਦਾ, ਚੱਲ ਕਿੱਧਰ ਚੱਲਣਾ। ਉਹ ਕਹਿ ਰਿਹਾ ਆਪ ਜੀ ਆਓ ਦੇਹਰਾਦੂਨ। ਕਹਿੰਦੇ ਬੇਟਾ, ਉਹ ਕਹਿੰਦੇ ਦੇਹਰਾਦੂਨ ਆਓ, ਮੈਂ ਸਾਰੇ ਹਿੰਦੁਸਤਾਨ ਦੇ ਸੰਤ ਇਕੱਠੇ ਕਰਨਾ, ਕਰੋੜਾਂ ਰੁਪਈਆ ਲਾ ਦੇਣਾ, ਮੈਂ ਟੈਲੀਵਿਜ਼ਨ ਵਿੱਚ ਬੋਲਦਾ ਕਿ ਇਸ ਟਾਈਮ ਵਰਲਡ ਵਿੱਚ ਇਹ ਮਹਾਂਪੁਰਸ਼ ਪਹਿਲੇ ਨੰਬਰ 'ਤੇ ਨੇ, ਤੁਸੀਂ ਕਿੰਨੀ ਕੁ ਸੰਗਤ ਲੈ ਕੇ ਆਓਗੇ ਯੂਪੀ ਤੋਂ? ਮੈਂ ਕਿਹਾ ਜੀ ਇੱਕ ਬੰਦਾ ਵੀ ਨਹੀਂ ਆਏਗਾ, ਤੁਸੀਂ ਹੈਰਾਨ ਹੋਵੋਗੇ। ਕਹਿੰਦੇ ਕਿਉਂ? ਮੈਂ ਕਿਹਾ ਮਹਾਰਾਜ ਜੀ ਮੇਰੀ ਬੇਨਤੀ ਹੈ। ਕਹਿੰਦੇ ਕਿਉਂ? ਉਹਨੇ ਇੰਨਾ ਖਰਚਾ ਕਰਨਾ, ਅਸੀਂ ਸਾਰਿਆਂ ਨੇ ਜਾਣਾ, ਤੇ ਤੂੰ ਇੱਕ ਬੰਦਾ ਵੀ ਲੈ ਕੇ ਨਹੀਂ ਆਉਣਾ। ਤੇਰੇ ਬਾਬਾ ਜੀ ਦੇ ਗਲ ਫੁੱਲਾਂ ਦੇ ਹਾਰ ਪਾਏ ਜਾਣੇ, ਟੈਲੀਵਿਜ਼ਨ ਦੱਸਿਆ ਜਾਣਾ, ਸਾਰੇ ਸੰਸਾਰ ਸੁਣੇਗਾ, ਤੇ ਤੂੰ ਕਹਿੰਦਾ ਵੀ। ਮੈਂ ਕਿਹਾ ਜੀ ਮੈਂ ਵੀ ਨਹੀਂ ਆਉਣਾ, ਨਾ ਕਿਸੇ ਨੂੰ ਲਿਆਉਣਾ। ਕਹਿੰਦੇ ਕਿਉਂ? ਮੈਂ ਕਿਹਾ ਮਹਾਰਾਜ ਜੀ ਮੇਰੀ ਸਵਾਮੀ ਰਾਮ ਨਾਲ ਇੱਕ ਵਾਰੀ ਗੱਲ ਕਰਾ ਦਿਓ। ਕਹਿੰਦੇ ਮੈਨੂੰ ਹੀ ਦੱਸ ਦੇ। ਮੈਂ ਕਿਹਾ ਜੀ ਜੇ ਉਹਦੇ ਹੱਥ ਵਿੱਚ ਕਿਸੇ ਨੂੰ ਵੱਡਾ ਬਣਾ ਦੇਣਾ ਤੇ ਕਿਸੇ ਆਪਣੇ ਸੇਵਕ ਨੂੰ ਬਣਾ ਦੇਵੇ, ਫੁੱਲਾਂ ਦੇ ਹਾਰ ਪਾ ਦੇਵੇ, ਤੁਹਾਨੂੰ ਕਿਉਂ ਕਰਦਾ? ਕਿਸੇ ਹੋਰ ਤੇ ਕਰਦੇ ਕਿਰਪਾ। ਕਿਰਪਾ ਰਾੜਾ ਸਾਹਿਬ ਵਾਲੇ ਮਹਾਰਾਜ ਦੀ ਆਪ ਜੀ ਤੇ ਆਪ ਸਵਾਸ ਦੱਸਦੇ ਹੋ, ਤੇ ਕਿਰਪਾ ਹੋਈ ਤੇ ਮੈਂ ਵੀ ਫੁੱਲਾਂ ਦਾ ਹਾਰ ਆਪਣੇ ਸੇਵਕ ਨੂੰ ਬਣਾ ਦੇਣਾ ਵਰਲਡ ਲੈਵਲ ਦਾ। ਕਹਿੰਦੇ ਸ਼ਾਬਾਸ਼, ਵੈਰੀ ਗੁੱਡ। ਫਿਰ ਬੜੀ ਅੰਗਰੇਜ਼ੀ ਬੋਲਦੇ ਆਪ ਜੀ, ਵੈਰੀ ਗੁੱਡ, ਸ਼ਾਬਾਸ਼। ਕਹਿੰਦੇ ਮੈਨੂੰ ਇਹ ਭਰੋਸਾ ਹੋ ਗਿਆ ਤੁਸੀਂ ਜ਼ਿੰਦਗੀ 'ਚ ਮਾਰ ਨਹੀਂ ਖਾਓਗੇ। ਹੁਣ ਜ਼ੋਰ ਲਾ ਲਓ ਵਰਲਡ ਦੇ ਸਵਾਮੀ, ਇਹ ਵੱਡੇ ਵੀਰ ਜੀ ਤੁਹਾਨੂੰ ਐਂ ਚੁੱਕਦੇ ਨੇ ਟੈਲੀਵਿਜ਼ਨਾਂ 'ਚ, ਐਂ ਇਹਨਾਂ ਉਸ ਗੱਲ ਵਾਲੇ ਨਹੀਂ ਆਉਣਾ। ਇਹ ਪਹਿਲਾਂ ਕਿੱਥੇ ਗਏ ਸੀ? ਪਹਿਲਾਂ ਕਿੱਥੇ ਗਏ ਸੀ? ਆ ਜਾਣਾ ਸੀ ਮਨਿਆਰ ਖੜੇ, ਚੁੱਕ ਦੇਣਾ ਸੀ ਸਾਨੂੰ। ਤਾਂ ਜਿਨ੍ਹਾਂ ਦੀ ਕਿਰਪਾ ਹੈ ਉਹਨਾਂ ਦੀ ਹੈ। ਜਾਣ ਦੇਣਾ ਗੱਲਾਂ ਬੜੀਆਂ ਕੀਮਤੀ। ਮੇਰਾ ਸਵਾਲ ਜਿਹੜਾ ਸਿੱਧਾ ਜਿਹਾ ਬੋਲਣਾ, ਬਈ ਮੈਂ ਬਹੁਤਾ ਪੜ੍ਹਿਆ ਨਹੀਂ, ਘੱਟ ਹੀ ਪੜ੍ਹਿਆ, 4 ਹੀ ਪੜ੍ਹੀਆਂ, ਬੜੀਆਂ ਨੇ। 5ਵੀਂ 'ਚ 5-6 ਦਿਨ ਗਿਆ, ਭੱਜ ਆਇਆ। ਭਾਜੀ ਨੇ ਬਥੇਰਾ ਜ਼ੋਰ ਲਾਇਆ, ਪੜ੍ਹਿਆ ਕਰ। ਮੈਂ ਕਿਹਾ ਤੁਸੀਂ ਵਾਹਵਾ ਪੜ੍ਹਦੇ ਹੋ, ਠੀਕ ਹੈ, ਪੱਠੇ ਪੁੱਠੇ ਪਾ ਲੈਂਦੇ ਆ। ਵੱਡੇ ਭੈਣ ਜੀ ਨੇ ਭੋਲਾਪੁਰ ਵਿਆਹੇ, ਕਹਿੰਦੇ ਮੇਰਾ ਵੀਰ ਲੰਮਾ ਬੜਾ। ਮੈਂ ਕਿਹਾ ਆਹੋ। ਜਵਾਨ ਵੀ ਬੜਾ, ਤੈਨੂੰ ਫੌਜ 'ਚ ਕਰਾਵਾਂਗੇ। ਮੈਂ ਕਿਹਾ ਆਹੋ। ਤੂੰ ਖੋਤੇ ਹੀ ਕੀ ਕਰੀ, ਐਂ ਕਰੀ ਐਂ ਕਰੀ, ਤੂੰ ਪੜ੍ਹ, ਐਂ ਹੋਏਗਾ, ਐਂ ਹੋਏਗਾ। ਮੈਂ ਕਿਹਾ ਨਹੀਂ ਪੜ੍ਹਨਾ। ਮੈਂ ਜਾਣਿਆ ਪੜ੍ਹਬੋ ਭਲਾ, ਪੜ੍ਹਬੇ ਤੇ ਪਲ ਜੋਗ, ਭਗਤ ਨਾ ਛਾਡੋ ਰਾਮ ਕੀ ਭਾਵੇਂ ਨਿੰਦਾ ਲੋ। ਠੀਕ ਹੈ, ਇਹ ਪੜ੍ਹਨਾ ਸੰਸਾਰ ਦੀ ਇੱਕ ਵਿਦਿਆ ਹੈ, ਪਰ ਇਸ ਪੜ੍ਹਾਈ ਨੇ ਦਰਗਾਹ 'ਚ ਥਾਂ ਨਹੀਂ ਦੇਣਾ। ਪੜ੍ਹੋ, ਜੇ ਬਾਹਰ ਜਾ ਮੇਰੇ ਵਰਗੇ ਨੂੰ ਤੇ ਨਾਲ ਅੰਗਰੇਜ਼ੀ ਪੜ੍ਹਾਈ ਖੜਨਾ ਪੈਣਾ, ਬੱਸ ਦੇ ਨੰਬਰ ਵੀ ਨਹੀਂ ਪੜ੍ਹਨੇ ਆਉਂਦੇ। ਇਸ ਸੰਸਾਰ ਵਾਸਤੇ ਬੜੀ ਅੱਛਾ ਵਿਦਿਆ। ਪੜ੍ਹਾਓ ਬੱਚਿਆਂ ਨੂੰ ਚੰਗੀ ਤਰ੍ਹਾਂ, ਜਿੰਨਾ ਵਧੀਆ, ਨਾਲ ਗੁਰਮੁਖੀ, ਨਾਲ ਪੰਜਾਬੀ, ਨਾਲ ਸਿੱਖ ਦੀ ਰਹਿਣੀ ਬਹਿਣੀ ਦੱਸੋ। ਤੇ ਉਹਨਾਂ ਨੂੰ ਕਹੋ ਵੀ ਐ ਬੈਠੇ ਨਾ ਰਹੋ, ਦੌੜਿਆ ਵੀ ਕਰੋ, ਘਰੇ ਹੀ ਕਸਰਤ ਕਰੋ, ਥੋੜ੍ਹੀ ਸਿਹਤ ਠੀਕ ਰੱਖੋ, ਡੰਗਰਾਂ ਨੂੰ ਪੱਠੇ ਪਾਇਆ ਕਰੋ, ਸਵੇਰੇ ਉੱਠ ਕੇ ਨਹਾਇਆ ਕਰੋ, ਦੁੱਧ ਪੀਆ ਕਰੋ। ਦਹੀਂ ਪੀਣ ਤਾਂ ਉਹ ਉਲਟੀ ਆ ਜਾਂਦੀ ਹੈ, ਦੁੱਧ ਵੇਖ ਕੇ ਉਲਟੀ ਆ ਜਾਂਦੀ ਹੈ ਕਿ ਉਹਦੇ ਪਿਓ ਨੇ ਨਹੀਂ ਖਾਧਾ। ਇਹ ਕੀ ਬਣੇਗਾ ਸਾਡਾ? ਸਿਹਤਾਂ ਠੀਕ ਰੱਖੋ, ਫਿਰ ਆਪਾਂ ਬੰਦਗੀ ਕਰਾਂਗੇ। ਕਿੰਨੇ ਗੁਰਮੁਖ ਹੋਏ ਨੇ, ਮੈਂ ਕੀ ਨਾਂ ਲਵਾਂ। ਇੱਕ ਚੌਂਕੜੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰ ਦਿੰਦੇ ਹੁੰਦੇ, ਇੱਕ ਚੌਂਕੜੇ 'ਤੇ ਰੱਖਿਆ, 48 ਘੰਟੇ ਬਾਅਦ ਭੋਗ ਪਾ ਦਿੰਦੇ। ਫਿਰ ਥੋੜ੍ਹਾ ਇਹ ਵੀ ਆਪਾਂ ਧਿਆਨ ਰੱਖੀਏ। ਸੋ ਇਸ ਕਰਕੇ ਉਹ ਜੋ ਸਵਾਮੀ ਰਾਮ ਜੀ ਸੀ, ਆਮ ਬੰਦਾ ਨਹੀਂ ਸੀ। ਜੇ ਕਿਤੇ ਉਹ ਥੋੜ੍ਹੇ ਦਿਨ ਰਹਿ ਜਾਂਦਾ, ਅੰਮ੍ਰਿਤ ਛਕ ਲੈਂਦਾ, ਤੇ ਕਿੰਨਿਆਂ ਕੁ ਨੇ ਛਕ ਲੈਣਾ ਸੀ ਉਹ ਤਾਂ ਵਾਹਿਗੁਰੂ ਹੀ ਦੱਸਦਾ ਨਾ। ਫਿਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਨਾ, ਇਹੋ ਜਿਹਾ ਕੋਈ ਇਹੋ ਜਿਹਾ ਆ ਜਾਵੇ, ਉਹ ਐਂ ਛਕ ਲਵੇ। ਅਸੀਂ ਵੀ ਉਹਨਾਂ ਦੀ ਸੇਵਕ ਆ ਨਾ। ਇੱਥੇ ਗਏ ਸੀ ਬੰਡੇ, ਸਨ 1992 ਵਿੱਚ 150 ਨਿਰਮਲੇ ਸੰਤਾਂ ਨੇ ਅੰਮ੍ਰਿਤ ਛਕਿਆ। ਸੰਤ ਕਸ਼ਮੀਰਾ ਸਿੰਘ ਭੂਰੀ ਵਾਲੇ, ਸੰਤ ਨਿਰਮਲ ਸਿੰਘ ਭੂਰੀ ਵਾਲੇ, ਤੇ 148 ਨਾਲ ਹੋਰ ਬੜੇ ਬਾਬੇ ਗੁਰੂ ਵਾਲੇ ਬਣੇ।
ਮੈਂ ਤਾਂ ਲੋਕਾਂ ਨੂੰ ਤੁਸੀਂ ਸਿੱਖਿਆ ਦਿੰਦੇ ਹੋ, ਆਪ ਤੁਸੀਂ ਨਗੁਰੇ ਹੀ ਤੁਰੇ ਫਿਰਦੇ ਹੋ। ਨਹੀਂ ਕਹਿੰਦੇ ਅਸੀਂ ਵੀ ਛਕ ਲੈਂਦੇ ਹਾਂ, ਚੱਕੋ ਤੁਸੀਂ ਵੀ। ਪੰਜਾਬ ਇੱਕ ਰਾਧਾ ਸਵਾਮੀਆਂ ਦਾ ਬਣਿਆ ਸੀ ਜ਼ਿਲ੍ਹਾ ਗੁਰਦਾਸਪੁਰ ਵਿੱਚ, ਉਹ ਵੀ ਗੁਰੂ ਵਾਲਾ ਬਣ ਗਿਆ, ਅੰਮ੍ਰਿਤ ਛਕ ਲਿਆ ਉਹਨੇ। 200 ਘੱਟ 7,000 ਨੇ ਛਕਿਆ। ਕਹਿੰਦਾ ਜੀ ਤੁਹਾਡਾ ਸਿੱਧਾ ਸਿੱਧਾ ਸਮਝ ਆ ਜਾਂਦਾ। ਮੈਂ ਬਹੁਤਾ ਪੜ੍ਹਿਆ ਹੀ, ਮੈਂ ਤਾਂ ਨਾ ਜਦੋਂ ਬਾਣੀ 'ਚ ਲਿਖਿਆ ਹੈ ਨਗੁਰੇ ਕਾ ਹੈ ਨਾ ਬੁਰਾ, ਤੇ ਤੁਸੀਂ ਬਣੇ ਕੀ ਫਿਰਦੇ ਹੋ? ਗੁਰੂ ਵਾਲੇ ਬਣੋ। ਇੰਨੀਆਂ ਸ਼ਹੀਦੀਆਂ ਹੋ ਗਈਆਂ, ਸਾਹਿਬਜ਼ਾਦੇ ਨੀਹਾਂ 'ਚ ਚਿਣੇ ਗਏ, ਸੂਬਾ ਕੀ ਕਰਦਾ ਹੁੰਦਾ ਸੀ? ਇੰਨੇ ਮਰਬੇ ਜ਼ਮੀਨ ਲਓ, ਹੀਰੇ ਲਓ, ਆਹ ਲਓ, ਆ ਗੱਲ ਕੀ ਸੀ? ਵੀ ਸਿਰ ਮੂੰਹ ਮਨਾ ਲਓ, ਗੱਲ ਇੰਨੀ ਸੀ। ਹੁਣ ਤੇ ਸ਼ੌਂਕ ਨਾਲ ਹੀ ਨਾਈਆਂ 'ਤੇ ਤੁਰੇ ਜਾਂਦੇ ਨੇ, ਸ਼ੌਂਕ ਨਾਲ ਹੀ। ਇਹ ਕਿੰਨੀ ਸਿੱਖੀ ਡਾਊਨ ਚਲੀ ਗਈ। ਫਿਰ ਉਹਨਾਂ ਨੂੰ ਆਓ ਜੀ ਤੁਸੀਂ ਸਰਦਾਰ ਜੀ, ਤੁਸੀਂ ਸਿੱਖ ਜੀ। ਇੰਨੀ ਸਖਤਾਈ ਸੀ ਕਿ ਸਿੰਘਾਂ ਨੇ ਜੰਗਲਾਂ 'ਚ ਲੁਕ ਲੁਕ ਕੇ ਸਮਾਂ ਬਤੀਤ ਕੀਤਾ। ਬੜੇ ਭਿਆਨਕ ਸਮੇਂ ਆਏ। ਹੁਣ ਦੀਆਂ ਸਰਕਾਰਾਂ ਵੀ ਉਹ ਟੋਪ ਦੂਜੇ ਪਾਉਣ, ਕਿਤੇ ਸਿੱਖ ਨੂੰ ਕਿਹਾ ਕਿਸੇ ਸਰਕਾਰ ਨੇ? ਕਹਿੰਦੇ ਨਹੀਂ, ਦਸਤਾਰ। ਸੁਣਿਆ ਤੁਸੀਂ ਦਿੱਲੀ ਸਾਰੇ ਸਿੱਖਾਂ ਦੀਆਂ ਬੀਬੀਆਂ ਨੇ, ਲੜਕੀਆਂ ਨੇ, ਧੀਆਂ ਭੈਣਾਂ ਨੇ, ਅੱਗੇ ਕੌਰ ਲਿਖਿਆ ਹੋਵੇ ਪੁਲਿਸ ਵੇਖ ਕੇ ਛੱਡ ਦਿੰਦੇ ਨੇ, ਸਿੱਖਾਂ ਦੀ ਲੜਕੀ ਇਹ ਟੋਪ ਨਹੀਂ ਪਾ ਸਕਦੀ। ਸਰਕਾਰਾਂ ਵੀ ਮੰਨਦੀਆਂ ਨੇ, ਸਾਰਾ ਵਰਲਡ ਮੰਨਦਾ ਕਿ ਇਹ ਟੋਪੀ ਨਹੀਂ ਪਾਉਂਦੇ, ਨਾ ਬੀਬੀਆਂ ਤੇ ਨਾ ਭਾਈ। ਰਹਿਤ ਮਰਿਆਦਾ ਵਿੱਚ ਲਿਖਿਆ ਸਿੱਖ ਹੋਏ ਸਿਰ ਟੋਪੀ ਤਰੈ, 7 ਜਨਮ ਕੁਸ਼ਤੀ ਹੋਏ ਮਰੈ। ਅੱਗੇ ਨੂੰ ਕਰ ਲੈਂਦੇ ਨੇ, ਇਹ ਕੱਕਰ ਪੈਣ ਲੱਗਾ ਹੁੰਦਾ। ਇਹਨਾਂ ਨੂੰ ਸਮਝਾਓ ਕਿ ਬੜੀਆਂ ਸ਼ਹੀਦੀਆਂ ਹੋਈਆਂ ਨੇ, ਬੜੀਆਂ ਜਾਨਾਂ ਗਈਆਂ ਨੇ ਖਾਲਸੇ ਦੀਆਂ, ਇਹਨਾਂ ਪਿੱਛੇ ਆਪਾਂ ਇਸ ਸਿੱਖੀ ਨੂੰ ਸੰਭਾਲੀਏ, ਐਵੇਂ ਨਾ ਕਿਤੇ ਇੱਧਰ ਉੱਧਰ ਦਾ। ਸੋ ਮਹਾਂਪੁਰਸ਼ਾਂ ਨੇ ਬੜੀ ਮਿਹਨਤ ਕੀਤੀ। ਕਾਹਦੇ ਵਾਸਤੇ? ਅੰਮ੍ਰਿਤ ਛਕ ਲਓ। ਇਹ ਤਾਂ ਘੱਟ ਹੁੰਦੀਆਂ ਸੀ ਚੋਰੀਆਂ, ਕਿਤੇ ਚੌਪੀ ਭਲੀ। ਅੱਖੀਂ ਦੇਖਿਆ ਸੀ ਦੂਆਂ ਨੇ ਦੀਵਾਨ 'ਚ ਖਲੋ ਖਲੋ ਕੇ ਰੋਂਦੇ ਹੁੰਦੇ ਲੋਕੀ, ਬਾਬਾ ਜੀ ਬਖਸ਼ ਲਓ ਮਹਾਰਾਜ ਜੀ, ਮੈਂ ਆਹ ਵੀ ਚੋਰੀ ਕੀਤੀ, ਮੈਂ ਆਹ ਵੀ ਚੋਰੀ ਕੀਤੀ, ਮੈਂ ਆਹ ਵੀ ਚੋਰੀ ਕੀਤੀ। ਉੱਚੀ ਉੱਚੀ ਡਿੰਗਦੇ ਹੁੰਦੇ। ਜਦੋਂ ਅਗਲਾ ਪਾਸਾ ਚੇਤਾ ਆਉਂਦਾ ਵੀ ਹੈ ਲੇਖਾ ਦੇਣਾ ਪੈਣਾ। ਇਸ ਕਰਕੇ ਆਪਾਂ ਉਹਨਾਂ ਗੱਲਾਂ ਵੱਲ ਥੋੜ੍ਹਾ ਜਿਹਾ ਧਿਆਨ। ਇੱਕ ਬੰਦਾ ਕਹਿੰਦਾ ਵੀ ਸੰਤਾਂ ਦੀ ਬਰਸ਼ੀ ਮਨਾਉਣ ਦਾ ਕੀ ਫਾਇਦਾ? ਗੁਰੂਆਂ ਦੇ ਮੇਲੇ ਮਨਾਓ। ਸੰਤਾਂ ਨੇ ਕੀਤਾ ਕੀ? ਗੁਰੂਆਂ ਨਾਲ ਜੋੜਿਆ। ਜਿੱਥੇ ਜਿੱਥੇ ਸੰਤਾਂ ਨੇ ਸਿੱਖੀ ਪ੍ਰਚਾਰ ਨਹੀਂ ਕੀਤਾ, ਉੱਥੇ ਵੇਖ ਲਓ ਜਾ ਕੇ, ਉੱਥੇ ਕੀ ਹੈ? ਸ਼ਰਾਬਾਂ, ਬੁਰੇ ਹਾਲ। ਉੱਥੇ ਤਾਂ ਕੋਈ ਇਹੋ ਜਿਹੀ ਕਹਾਣੀ ਨਹੀਂ, ਉਹ ਕਿਸੇ ਨੂੰ ਨਹੀਂ ਮੰਨਦੇ। ਇਸ ਕਰਕੇ ਆਪਾਂ ਥੋੜ੍ਹਾ ਜਿਹਾ ਇਸ ਗੱਲ ਵੱਲ ਧਿਆਨ ਦੇਣਾ। ਜੀਵਨ ਹੀ ਪ੍ਰਚਾਰ ਹੈ। ਜੇ ਜੀਵਨ ਹੈ, ਆਪਾਂ ਜੀਵਨ ਪੜ੍ਹ ਪੜ੍ਹ ਕੇ ਸੁਣਾਉਂਦੇ ਹਾਂ, ਐਸਾ ਜੀ, ਐਸਾ ਜੀ, ਐਸਾ ਜੀ। ਸਾਰੇ ਬੋਲਿਓ, ਕੋਈ ਰਸਨਾ ਖਾਲੀ ਨਾ ਰਹੇ। ਗੱਲੀ ਬਾਤੀ ਨਾ ਪਿਆਰਾ ਮਿਲਦਾ ਏ, ਮੁੱਲ ਪੈਂਦਾ ਬੰਦਗੀ ਦਾ। ਗੱਲੀ ਬਾਤੀ ਨਾ ਪਿਆਰਾ ਮਿਲਦਾ ਏ, ਮੁੱਲ ਪੈਂਦਾ ਬੰਦਗੀ ਦਾ। ਬਾਤੀ ਦਾ ਪਿਆਰਾ ਮਿਲਦਾ, ਮੁੱਲ ਪੈਂਦਾ ਬੰਦਗੀ ਦਾ। ਗਰੀਬ ਬਾਤੀ ਦਾ ਪਿਆਰਾ ਮਿਲਦਾ, ਮੁੱਲ ਪੈਂਦਾ ਬੰਦਗੀ ਦਾ।
ਬੰਦਗੀ ਦਾ ਮੁੱਲ ਪੈਂਦਾ ਜੀ ਬੰਦਗੀ ਦਾ ਮੁੱਲ ਪੈਂਦਾ ਜੀ ਬੰਦਗੀ ਦਾ ਮੁੱਲ ਪੈਂਦਾ ਜੀ ਬੰਦਗੀ ਮੁੱਲ ਪੈਂਦਾ ਜੀ ਬੰਦਗੀ ਦਾ ਹਾਂਜੀ ਮੁੱਲ ਪੈਂਦਾ ਜੀ ਬੰਦਗੀ ਦਾ 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 ਬੰਦਗੀ ਗੱਲੀ ਬਾਤੀ ਨਾ ਪਿਆਰਾ ਮਿਲਰੇ ਫੁੱਲ ਰਿੰਗ ਬੰਦਗੀ ਦਾ ਗੱਲੀ ਬਾਤੀ ਨਾ ਪਿਆਰਾ ਮਿਲਰੇ ਫੁੱਲ ਰਿੰਗ ਬੰਦਗੀ ਦਾ ਗੱਲੇ ਬਾਤੀ ਦਾ ਪਿਆਰਾ ਮਿਲਦਾ ਮੁੱਲ ਪੈਂਦਾ ਬੰਦਗੀ ਗੱਲੀ ਬਾਤੀ ਦਾ ਪਿਆਰਾ ਮਿਲਦਾ ਮੁੱਲ ਪੈਂਦਾ ਬੰਦਗੀ ਦਾ ਮਿਲਦਾ ਮੁੱਲ ਪੈਂਦਾ ਬੰਦਗੀ ਦਾ ਜਿਨ੍ਹਾਂ ਜਿਨ੍ਹਾਂ ਨੇ ਰਹਿਤ ਮਰਿਆਦਾ ਸੇਵਾ ਸਿਮਰਨ ਭਜਨ ਪਾਠ ਆਪਣਾ ਆਪ ਵਿੱਚੋਂ ਮਿਟਾਇਆ ਉਹੀ ਗੁਰਮੁਖ ਵਦੇ ਰੋਜ਼ ਨਿਤ ਦੂਣ ਸੁਆਇਆ। ਜਿਨ੍ਹਾਂ ਦੇ ਮੂਲ ਮੰਤਰ ਪਾਠ ਅਜੇ ਬਾਕੀ ਰਹਿੰਦੇ ਨੇ ਅਗਲੀ ਪਹਿਲੀ ਤੱਕ ਕੋਸ਼ਿਸ਼ ਕਰੋ ਉਹਨਾਂ ਦੀ ਅਗਲੀ ਪਹਿਲੀ ਨੂੰ ਅਰਦਾਸ ਹੋ ਜਾਏਗੀ। ਇਕੱਠੀ ਅਰਦਾਸ ਹੋਏਗੀ, ਆਪਾਂ ਨਾਂ ਨਹੀਂ ਦੱਸਦੇ, ਨਹੀਂ ਤੇ ਐਵੇਂ ਲਓ ਜੀ ਇਹਨਾਂ ਇੰਨਾ ਪਾਠ ਕੀਤਾ, ਕਿਸੇ ਨੇ 5 ਲੱਖ ਕੀਤਾ, ਕਿਸੇ ਘਰ ਨੇ 11 ਲੱਖ ਕੀਤਾ। ਇਹ ਕਹਿੰਦੇ ਜੀ ਅਸੀਂ ਪਰਿਵਾਰ ਨੇ 21 ਲੱਖ ਮੂਲ ਮੰਤਰ ਦਾ ਪਾਠ ਕੀਤਾ। ਤੁਸੀਂ ਹੈਰਾਨ ਹੋਵੋਗੇ। ਮੈਂ ਵੀ ਲੱਗਾ ਉਦੋਂ ਦਾ ਜਿੰਨਾ ਕੁ ਹੋ ਜਾਏ ਐਸਾ ਵੀ ਕਿਤੇ ਆਪਾਂ ਪਿੱਛੇ ਨਾ ਰਹਿ ਜਾਈਏ। ਤੁਹਾਨੂੰ ਜੀ ਦੱਸਿਆ ਆਪਾਂ ਨੂੰ ਵੀ ਕਰਨਾ ਪੈਣਾ, ਹੋਰ ਵੀ ਬੜਾ ਨਿਤਨੇਮ ਹੈ। ਇਸ ਕਰਕੇ ਹੋਰ ਭਜਨ ਪਾਠ ਕਰੋ। ਬੜਾ ਭਿਆਨਕ ਸਮਾਂ ਹੈ, ਬਹੁਤ ਆਪਾਂ ਸੋਚ ਵੀ ਨਹੀਂ ਸਕਦੇ। ਮਹਾਰਾਜ ਕਿਰਪਾ ਹੀ ਰੱਖਣ ਸਾਰਿਆਂ ਤੇ, ਬਖਸ਼ਿਸ਼ ਹੀ ਰੱਖਣ। ਸਵੇਰੇ 3 ਵਜੇ ਉੱਠ ਪਿਆ ਕਰੋ, ਨਹਾ ਧੋ ਕੇ ਦਬ ਭਜਨ ਪਾਠ ਕਰੋ। ਇਸ਼ਨਾਨ ਕਰਕੇ ਪਹਿਲਾਂ 5 ਬਾਣੀਆਂ ਦਾ ਪਾਠ ਕਰੋ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੰਮ੍ਰਿਤ ਤਿਆਰ ਕਰਨ ਲੱਗਿਆ 5 ਬਾਣੀਆਂ ਦਾ ਹੀ ਪਾਠ ਕੀਤਾ। ਪਿਆਰੇ 5 ਆ ਸਰੀਰ ਦੇ ਤੱਤ 5, ਕਾਮ ਕ੍ਰੋਧ ਲੋਭ ਮੋਹ ਹੰਕਾਰ ਚੋਰ 5, ਰਾਜਮਾਲ ਰੂਪ ਜਾਤ ਜੋਬਨ 5, ਠੱਗ ਵੀ 5, ਚੋਰ ਵੀ 5, ਕਰਮ ਇੰਦਰੇ 5, ਗਿਆਨ ਇੰਦਰੇ 5, ਪ੍ਰਾਣ 5, ਨਮਾਜ਼ਾਂ ਵੀ 5, ਪਿਆਰੇ ਵੀ 5, ਬਾਣੀਆਂ ਵੀ 5, ਤੱਤ ਵੀ 5, ਜਿਹਦੇ ਨਾਲ ਸਾਰਾ ਕੁਝ ਚੱਲ ਰਿਹਾ ਹੈ। ਘਟਾਉਣੇ ਨਹੀਂ ਹੈ। 5 ਬਾਣੀਆਂ ਦਾ ਪਹਿਲਾਂ ਕਰੋ, ਨਾਲੇ ਸਰੀਰ ਦੇ ਸੱਲ ਜਾਗ ਜਾਂਦੇ ਨੇ। ਫਿਰ ਸਿਮਰਨ ਵਿੱਚ ਜੁਟੋ 5 ਮਿੰਟ 10 ਮਿੰਟ ਘੰਟਾ ਜਿੰਨਾ ਸਮਾਂ ਬਣੇ ਐਸਾ। ਫਿਰ ਨਾ ਕਿਸੇ ਨੂੰ ਚੰਗਾ ਨਾ ਮਾੜਾ। ਇੱਕ ਅਵਸਥਾ ਆਉਂਦੀ ਹੈ ਆਪਾਂ ਕਿਸੇ ਨੂੰ ਕਹਿ ਵੀ ਦਈਏ ਇਸ ਤਰ੍ਹਾਂ, ਪਰ ਉਹਦਾ ਨੁਕਸਾਨ ਨਹੀਂ ਹੋਏਗਾ। ਅੰਦਰ ਕੰਟਰੋਲ ਹੁੰਦਾ ਹੈ। ਨਾਮ ਵਿੱਚ ਸਾਰੀਆਂ ਗੱਲਾਂ ਹੁੰਦੀਆਂ। ਇਹ ਨਹੀਂ ਹੁੰਦਾ ਵੀ ਐਸਾ ਜੇ ਬਾਹਰੋਂ ਪੁਰ ਚੁੱਕ ਬੋਲਦੇ ਪੀ ਖਰੇ ਹਰ ਪਾਣੇ। ਮਾਂ ਕਹਿ ਦਿੰਦੀ ਬੱਚੇ ਨੂੰ ਮਰ ਜਾ, ਮਰ ਜਾਂਦਾ ਉਹ। ਕੰਡਾ ਬੱਚੇ ਨੂੰ ਬੜਾ ਦੁੱਖ ਲੱਗਦਾ ਹੈ। ਵਰ੍ਹੇ ਸਰਾਪੇ ਇਹਨਾਂ ਗੱਲਾਂ ਤੋਂ ਉੱਪਰ ਰਹਿ ਕੇ ਜਿੰਨਾ ਸਵੇਰ ਤੋਂ ਸ਼ਾਮ ਤੱਕ ਭਜਨ ਕੀਤਾ, ਅਰਦਾਸ ਕਰ ਦੇਣੀ ਗੁਰੂ ਨਾਨਕ ਜੀ ਤੁਹਾਡੇ ਚਰਨਾਂ 'ਚ ਜਮ੍ਹਾਂ, ਇਹਦਾ ਫਲ ਮੈਨੂੰ ਨਹੀਂ ਚਾਹੀਦਾ। ਸਵੇਰੇ ਫੇਰ ਕਰ ਦੇਣੀ ਜਦੋਂ ਆਪਣੇ ਕੋਲ ਹੈ ਹੀ ਕੁਝ ਨਹੀਂ, ਆਪਾਂ ਵਿਹਲੇ। ਉਹ ਫਿਰ ਮਹਾਰਾਜ ਜਾਣਨ ਵੀ ਕਦੋਂ ਇਹਨੂੰ ਦੇਣਾ ਹੈ। ਜੈ ਪਾਂਡੇ ਮਾਂ ਅੰਧ ਗਬਾਰਾ ਹਰ ਕਾ ਨਾਮ ਤੈ ਸੰਗ ਉਜਿਆਰਾ।
ਇਸ ਕਰਕੇ ਜਦੋਂ ਆਪਾਂ ਸਿਮਰਨ ਕਰਾਂਗੇ ਉਹਦਾ ਕਈ ਪਾਸੇ ਅਸਰ ਪਏਗਾ। ਸਿੱਧਾ ਵੀ ਠੀਕ, ਕਾਰੋਬਾਰ 'ਚ ਵੀ ਠੀਕ। ਬਾਣੀ ਪੜ੍ਹਨ ਵਾਲਾ ਤਾਂ ਕਹਿੰਦੇ ਜਿਹੜੇ ਰਾਹ ਲੰਘ ਜਾਏ। ਅਸਰ ਹੁੰਦਾ ਸਿਮਰਨ ਦਾ, ਹਰ ਗੱਲ ਵਿੱਚ ਅਸਰ ਪਏਗਾ। ਨਾਲੇ ਮਨ ਨੂੰ ਸ਼ਾਂਤੀ। ਗੁਰਬਾਣੀ ਗੁਰੂ ਸਰੂਪ ਹੈ। ਸਾਥ ਸਾਥ ਸਿਮਰੋ ਗੋਬਿੰਦ, ਜੁੜੇ ਰਹਿਣਾ। ਗੱਲਾਂ ਬਾਤਾਂ ਵੱਲ ਘੱਟ ਧਿਆਨ ਦਿਓ। ਜਿਹੜੀ ਜ਼ਰੂਰੀ ਗੱਲ ਕਰਨੀ ਠੀਕ ਹੈ। ਪਿਛਲੇ ਸਾਲ ਜਿੰਨੀਆਂ ਕੀਤੀਆਂ ਕੋਈ ਹੈ ਚੇਤਾ? ਸਭ ਭੁੱਲ ਗਈਆਂ। ਐਤਕਾਂ ਵਾਲੀਆਂ ਫਿਰ ਭੁੱਲ ਜਾਣੀਆਂ। ਆਪਾਂ ਇੱਧਰ ਜ਼ਿਆਦਾ ਧਿਆਨ ਦਈਏ। ਯੂਪੀ ਦੀ ਚਰਚਾ ਵਰਲਡ ਵਿੱਚ ਹੋ ਰਹੀ ਹੈ। ਉੱਥੇ ਬੜੇ ਅੰਮ੍ਰਿਤਧਾਰੀ, ਬੜੇ ਕਿਸੇ ਵਿਰਲੇ ਦਾ ਸਿਰ ਮੁੰਨਿਆ, ਉਹ ਵੀ ਪਤਾ ਨਹੀਂ ਕਿਤੋਂ ਬਾਹਰੋਂ ਹੀ ਆਇਆ ਹੁਣੇ ਰਿਸ਼ਤੇਦਾਰੀ 'ਚ। ਬੜੇ ਕੇਸਾਂ ਵਾਲੇ। ਅੱਗੋਂ ਫਿਰ ਗਸ਼ ਪੈਂਦੀ ਨਾਂ ਲੈਂਦਿਆਂ ਮਹਾਂਪੁਰਸ਼ਾਂ ਦਾ ਵੀ ਸਾਨੂੰ 1967 'ਚ ਸ਼ੁਰੂ ਹੋਏ ਸੀ ਦੀਵਾਨ। ਵੀ ਉਹ ਵੀ ਦੱਸ ਦਿਆ ਕਰੋ ਕਿਉਂ ਨੇ। ਇੱਥੇ ਘੱਟ ਸੀ ਸ਼ਰਾਬਾਂ? 67 ਤੋਂ ਲੈ ਕੇ 78 ਤੱਕ ਪੂਰੇ 12 ਸਾਲ ਬਣਦੇ ਐਸਾ। ਫਿਰ ਚੱਲਦਾ ਹੀ ਹੈ। ਉਹਨਾਂ ਦੀ ਵੀ ਕਿਰਪਾ ਹੈ, ਉਹਨਾਂ ਦੀ ਬਖਸ਼ਿਸ਼ ਹੈ, ਚੱਲੀ ਜਾਂਦਾ। ਬੂਟਾ ਲਾਇਆ, ਪਾਣੀ ਵੀ ਹੁਣੇ ਉਹੀ ਪਾ ਰਹੇ ਨੇ, ਹਿੰਮਤ ਦੇ ਰਹੇ ਨੇ। ਚਲੋ ਬਈ ਸ਼ਾਬਾਸ਼ ਬਈ। ਸਿਆਣੇ ਮਾਂ ਪਿਓ ਕੰਮ ਮਾਫ ਕਰ ਦਿੰਦੇ। ਕਹਿੰਦੇ ਬੱਲੇ। ਮੈਂ ਅੱਖੀਂ ਦੇਖਿਆ ਸਾਡੇ ਪਿਤਾ ਜੀ ਸ਼ਟਾਲੇ ਦੀ ਪੰਡ ਲੈਣ ਗਏ। ਮੈਨੂੰ ਕਹਿੰਦੇ ਹੱਥ ਪਵਾ, ਪੰਡ ਬੜੀ ਭਾਰੀ। ਮੈਂ ਪਾ ਦਿੱਤਾ, ਮੈਂ ਤਾਂ ਛੋਟਾ ਜਿਹਾ ਸੀ। ਕਹਿੰਦੇ ਲੈ ਭਾਈ, ਚੁਕਾਤੀ ਆ ਕੁਆਂਟਲ ਦੀ। ਕੇ ਘਰ ਆ ਕੇ ਮੇਰਾ ਮਨੋਬਲ ਵਧਾਇਆ। ਦੱਸ ਰਹੇ ਨੇ, ਕਹਿੰਦੇ ਮਾੜਾ ਜਿਹਾ ਹੱਥ ਪਾਇਆ, ਸ਼ਟਾਲੇ ਦੀ ਪੰਡ ਇਹਨੇ ਮੇਰੇ ਸਿਰ 'ਤੇ ਰੱਖ ਦਿੱਤੀ। ਉਹ ਫਿਰ ਆਪਾਂ ਅਗਲੇ ਦਿਨ ਕਹਿਣਾ ਵੀ ਮੈਂ ਹੋਰ ਚੁੱਕ ਲੈਣਾ। ਇਸੇ ਤਰ੍ਹਾਂ ਕੰਮ ਸਾਰਾ ਮਹਾਂਪੁਰਸ਼ ਕਰਦੇ ਨੇ, ਸਾਨੂੰ ਸਰੀਰ ਕਰਕੇ ਨਜ਼ਰ ਨਹੀਂ ਆਉਂਦੇ। ਅਤੇ ਬੱਚਿਆਂ ਨੂੰ ਉਹ ਵਡਿਆਈ ਲੈ ਬਈ ਬੱਲੇ, ਉੱਥੇ ਵੀ ਅੰਮ੍ਰਿਤ ਛਕਾਤਾ, ਐਸਾ ਵੀ ਕਰਤਾ, ਐਸਾ ਵੀ ਕਰਤਾ, ਐਸਾ ਵੀ ਕਰਤਾ। ਮਹਾਂਪੁਰਸ਼ ਇਲਾਕੇ ਦਿੰਦੇ ਨੇ ਅਤੇ ਬਚਨਾਂ ਦੇ ਵਿੱਚ ਸ਼ਕਤੀ ਹੁੰਦੀ ਹੈ। ਅਤੇ ਬੜੀਆਂ ਲੰਮੀਆਂ ਵਿਚਾਰਾਂ ਨੇ। ਹੋਰ ਕੋਈ ਬਚਨ ਕਰੀ ਜਾਏ, ਭਾਵੇਂ ਸਾਰਾ ਦਿਨ ਕਰੀ ਜਾਏ, ਕੱਖ ਵੀ ਨਹੀਂ ਹੁੰਦਾ। ਉਹਨਾਂ ਦੇ ਵਿੱਚ ਸੱਤਿਆ ਹੁੰਦੀ ਹੈ, ਬਖਸ਼ਿਸ਼ ਹੁੰਦੀ ਹੈ। ਉਹ ਜੋ ਕਹਿ ਦੇਣ ਬਸ ਠੀਕ ਹੀ, ਬਸ ਐਸਾ ਕਿਹਾ ਸੀ ਨਾ। ਕਹਿੰਦੀ ਹੁਣ ਬੂਟਾ ਕਲਯੁਗ ਦੀ ਮਾਰ ਤੋਂ ਉੱਪਰ ਨਿਕਲ ਗਿਆ ਹੈ। ਉੱਪਰ ਰਾੜਾ ਸਾਹਿਬ ਵਾਲੇ ਮਹਾਰਾਜ ਜੀ ਆਏ, 14 ਦੀਵਾਨ ਸੀ। ਕਹਿੰਦੇ ਸਾਧ ਸੰਗਤ ਜੀ ਇੱਥੇ ਸੰਗਤ ਲੁਧਿਆਣੇ ਵਰਗੀ ਹੈ। ਹੁਣ ਇੱਥੋਂ ਲੈ ਕੇ ਲੁਧਿਆਣੇ ਤੱਕ ਪੈਦਲ ਚਲੇ ਜਾਓ, ਅੰਮ੍ਰਿਤਧਾਰੀ ਮਿਲਦੇ ਜਾਂਦੇ ਨੇ। ਕਿਰਪਾ ਹੈ ਨਾ ਮਹਾਰਾਜ ਜੀ ਦੀ। ਨਾਲੇ ਆਪ ਜੀ ਦਾ ਨਾਂ ਲੈ ਕੇ ਕਹਿੰਦੇ ਭਾਈ ਇਹਨਾਂ ਨੇ ਬੜੇ ਦੀਵਾਨ ਲਾਏ ਨੇ, ਧਾਰਨਾ 'ਚ ਬੋਲਣਾ ਸਿਖਾਇਆ ਕਰਿਆ। ਕਈ ਕਹਿੰਦੇ ਜੀ ਇਹ ਕੱਚੀ ਬਾਣੀ ਨਹੀਂ ਹੈ। ਕੱਚੀਆਂ ਗੱਲਾਂ ਉਹ ਨੇ ਜਿਹੜੀਆਂ ਲੋਕੀ ਕਰਦੇ ਨੇ, ਜਿਹਦੇ ਨਾਲ ਲੋਕੀ ਅੰਮ੍ਰਿਤ ਛਕ ਲੈਣੇ। ਇਹ ਤਾਂ ਪੱਕੀ ਬਾਣੀ ਹੈ, ਗੁਰੂ ਗ੍ਰੰਥ ਸਾਹਿਬ 'ਚ ਪੜ੍ਹੀ ਜਾਂਦੀ ਹੈ। ਉਹ ਰਾਗੀ ਨੇ ਨਾ, ਉਹ ਕੀਰਤਨ ਕਰਦੇ ਨੇ, ਕਰ ਇਸ਼ਨਾਨ ਕਿੰਨੇ ਨਾਨੇ ਲੱਗ ਗਏ, ਸਿਮਰ ਪ੍ਰਭ ਆਪਣਾ ਕਿੰਨੇ ਨਾਣੇ ਲੱਗ ਗਏ। ਉਹ ਫਿਰ ਉੱਥੇ ਹੀ ਰਹਿਣਾ, ਇੱਕ ਸ਼ਬਦ ਵੀ ਪੜ੍ਹਿਆ ਜਾਏਗਾ। ਇਸ ਤਰ੍ਹਾਂ ਉਹਦਾ ਤੱਤ ਭਾਵ ਧਾਰਨਾ ਹੁੰਦਾ ਹੈ। ਗੁਰੂ ਨਾਨਕ ਜੀ ਦੇ ਸਮੇਂ ਪੜ੍ਹਦੇ ਹੁੰਦੇ। ਗੁਰੂ ਰਾਮਦਾਸ ਕਹਿੰਦੇ ਸ਼ਬਦ ਪੜ੍ਹਦੇ ਜਾਇਆ ਕਰੋ ਤਰਨ ਤਾਰਨ। ਅੱਜ ਵੀ ਜਾ ਕੇ ਅੰਮ੍ਰਿਤਸਰ ਦੇਖੋ, ਹਰ ਪੂਰਨਮਾਸ਼ੀ ਨੂੰ ਸੰਗਤਾਂ ਤਰਨ ਤਾਰਨ ਤੱਕ ਜਾਂਦੀਆਂ, ਵੱਧਦੀਆਂ ਹੀ ਜਾਂਦੀਆਂ। ਅਸੀਂ ਬਿਹਾਰ ਗਏ, ਕਹਿੰਦੇ ਤੁਸੀਂ ਇਸ ਤਰ੍ਹਾਂ ਕਿਉਂ ਪੜ੍ਹਦੇ ਹੋ ਧਾਰਨਾ? ਮੈਂ ਕਿਹਾ ਅੱਛਾ ਕੋਈ ਗੱਲ ਨਹੀਂ। ਉਹ ਮਹਾਰਾਜ ਦਾ ਸਰੂਪ ਲੈ ਕੇ ਜਾ ਰਹੇ ਸੀ ਅਤੇ ਸ਼ਬਦ ਪੜ੍ਹੀ ਜਾਣ, ਚੁੰਮਟੇ ਵੀ ਵਜਾਈ ਜਾਣ, ਢੋਲਕੀ। ਮੈਂ ਕਿਹਾ ਤੁਹਾਨੂੰ ਇਹ ਸੁੱਖ ਢਾਉਣੀਆਂ ਨੇ? ਕਹਿੰਦੇ ਉਹ ਅਸੀਂ ਤਾਂ ਕਦੀ ਸੋਚੇ ਨਹੀਂ। ਸਾਰੇ ਹਿੰਦੁਸਤਾਨ ਵਿੱਚ ਗੁਰੂ ਨਾਨਕ ਜੀ ਦਾ ਪ੍ਰਕਾਸ਼ ਦਿਹਾੜਾ ਆ ਰਿਹਾ, ਸਾਰੇ ਨੇ ਸ਼ਬਦ ਪੜ੍ਹਦੇ ਨੇ, ਕਿਸੇ ਨੂੰ ਕੋਈ ਗਸ਼ ਨਹੀਂ ਪਈ। ਜਦੋਂ ਅਸੀਂ ਪੜ੍ਹਦੇ ਹਾਂ ਪਤਾ ਨਹੀਂ ਕੀ ਮਿਰਗੀ ਪੈਂਦੀ ਲੋਕਾਂ ਨੂੰ। ਅਜੇ ਬੜੇ ਪਿਆਰ ਨਾਲ ਪੜ੍ਹੀਦਾ ਵੀ ਕਿਤੇ ਇਹੋ ਜਿਹਾ ਨਾ ਹੋਵੇ ਕਿਸੇ ਦਾ ਮਨ ਦੁੱਖ ਜਾਏ। ਉਹ ਗੱਲ ਤੇ ਵਿੱਚ ਹੋਰ ਹੁੰਦੀ ਹੈ ਨਾ, ਅਤੇ ਬਣਾ ਹੋਰ ਲੈਣੀ ਐਸਾ। ਇਸ ਕਰਕੇ ਆਪਾਂ ਗੁਰੂ ਵਾਲੇ ਬਣੀਏ ਅਤੇ ਅੰਮ੍ਰਿਤ ਛਕੀਏ ਭਾਈ। ਪਿਓ ਪਉਨ ਖੰਡੇ ਤਾਰ ਹੋਵੇ ਜਨਮ ਸਹਿਲਾ, ਪਿਓ ਪਉਨ ਖੰਡੇ ਤਾਰ ਹੋਵੇ ਜਨਮ ਸਹਿਲਾ, ਪਿਆ ਤਾਰ ਖੰਡੇ ਤਾਰ ਹੋਏ ਜਨਮ ਸਹਿਲਾ, ਪਿਓ ਪਉਨ ਖੰਡੇ ਤਾਰ ਹੋਏ ਜਨਮ ਸਹਿਲਾ।
ਤਾਰ ਹੋਏ ਜਨਮ ਸੁਹਲਾ ਖੰਡੇ ਤਾਰ ਹੋਏ ਜਨਮ ਸੁਹਲਾ ਪੀਵੋ ਪਾਹੁਲ ਖੰਡੇ ਤਾਰ ਜਨਮ ਸੁਹੇਲਾ ਜਨਮ ਸੁਹੇਲਾ ਹੋਵੇ ਜਨਮ ਸੁਹੇਲਾ ਹੋਵੇ ਹੋਵੇ ਜਨਮ ਸੁਹੇਲਾ ਹੋਵੇ ਜਨਮ ਸੁਹੇਲਾ ਜਨਮ ਸੁਹੇਲਾ ਜਨਮ ਜਨਮ ਸੁਹੇਲਾ ਹੋਵੇ 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 ਜਨਮ ਜਨਮ ਸੁਹੇਲਾ ਪਿਓ ਕੋਲ ਖੰਡੇ ਤਾਰ ਹੋਵੇ ਜਨਮ ਸੁਹੇਲਾ ਪਿਓ ਕੋਲ ਖੰਡੇ ਤਾਰ ਹੋਵੇ ਸੁਹੇਲਾ ਸੇਵਾ ਪਾਲ ਖੰਡੇ ਤਾਰ ਹੋਵੇ ਜਨਮ ਸੁਹੇਲਾ ਪੀਵੋ ਪਾਹੁਲ ਖੰਡੇ ਤਾਰ ਹੋਵੇ ਜਨਮ ਸੁਹੇਲਾ ਪੀਵੋ ਪਾਹੁਲ ਖੰਡੇ ਤਾਰ ਹੋਵੇ ਜਨਮ ਸੁਹੇਲਾ ਸੱਚੇ ਤਖਤ ਰਜਾਇਆ ਸਤ ਸੰਗਤ ਲੈਲਾ ਨਾਨਕ ਨਿਰਭਉ ਨਿਰੰਕਾਰ ਨਾਨਕ ਨਿਰਭਉ ਨਿਰੰਕਾਰ ਰਚ ਨਿਤ ਸਿੱਧਾ ਖੇਲਾ ਸਿਮਰ ਮਨਾਈ ਕਾਲ ਕਾ ਹਾਂਜੀ ਸਿਮਰ ਮਨਾਈ ਕਾਲ ਕਾ ਖੰਡੇ ਕੀ ਵੇਲਾ ਇਹੋ ਪਾਉ ਖੰਡਤਾ ਈਓ ਬੋਲ ਖੰਡਤਾ ਹੋਏ ਹੋਏ ਜਨਮ ਸੁਹੇਲਾ ਸੰਗਤ ਇਹਨੇ ਇਹਨੇ ਖਾਲਸਾ ਸੰਗਤ ਕੀਨੀ ਖਾਲਸਾ ਮਨ ਮਨ ਕੀ ਦੁਹੇਲਾ ਵਾਹੋ ਵਾਹੋ ਗੋਬਿੰਦ ਸਿੰਘ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਕੇ ਗੁਰੇਲਾ ਵਾਹੋ ਵਾਹੋ ਗੋਬਿੰਦ ਸਿੰਘ ऐसी गुरु महाराज ना को आपकी ना कौन आपकी अगर ना होते गुरु गोबिंद सिंह सुन्नत होती सबकी ऐसे गुरु महाराज ਨੂੰ ਕਦੇ ਵੀ ਨਾ ਭੁੱਲੀਏ ਰੋਮ ਰੋਮ ਕਰਕੇ ਗੁਰੂ ਮਹਾਰਾਜ ਦਾ ਧੰਨਵਾਦ ਕਰਦੇ ਰਹੀਏ ਗੁਰੂ ਗੋਬਿੰਦ ਤੇ ਆਈਏ ਸਦ ਅੰਮ੍ਰਿਤ ਵੇਲਾ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਜੀ ਨੇ ਬੜੀ ਕਿਰਪਾ ਕੀਤੀ ਬੜੀ ਮਿਹਰ ਕੀਤੀ ਬੜੀ ਜਿੰਨੇ ਗੁਰੂ ਦੇ ਪਿਆਰੇ ਉਹਨਾਂ ਨੂੰ ਭਗਤ ਕਹਿ ਲਓ ਗੁਰਸਿੱਖ ਕਹਿ ਲਓ ਸੰਤ ਭਗਤ ਗੁਰਸਿੱਖ ਹੈ ਬੜੇ ਨਾਂ ਨੇ ਰੱਬ ਦੇ ਪੁੱਤਰ ਕਹਿ ਲਓ ਹਰ ਸਮੇਂ ਹੁੰਦੇ ਨੇ ਹਰ ਯੁੱਗ ਵਿੱਚ ਹੁੰਦੇ ਨੇ ਜ਼ਰੂਰ ਤਦੇ ਹੀ ਬਾਣੀ ਵਿੱਚ ਦੱਸਿਆ ਹੈ ਹਰ ਜੁਗ ਜੁਗ ਭਗਤ ਉਹ ਪਾਇਆ ਹਰ ਜੁਗ ਜੁਗ ਭਗਤ ਪਾਇਆ ਲੱਖ ਦਾ ਆਇਆ ਰਾਮ ਰਾਜੇ
ਤਨ ਤਨ ਗੁਰੂ ਨਾਨਕ ਸਾਹਿਬ, ਤਨ ਤਨ ਗੁਰੂ ਸਾਰੇ ਬੋਲੋ ਤਨ ਗੁਰੂ ਸਾਹਿਬ ਜੀ, ਤਨ ਗੁਰੂ ਨਾਨਕ ਸਾਰੇ ਬੋਲੋ ਤਨ ਗੁਰੂ ਨਾਨਕ ਸਾਹਿਬ ਜੀ, ਤਨ ਗੁਰੂ ਨਾਨਕ ਤਨ ਤਨ ਗੁਰੂ ਗੋਬਿੰਦ ਸਾਰੇ ਬੋਲੋ ਧੰਨ ਗੁਰੂ ਗੋਬਿੰਦ ਸਿੰਘ ਜੀ, ਧੰਨ ਗੁਰੂ ਗੋਬਿੰਦ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ, ਸਾਰੇ ਬੋਲੋ ਧੰਨ ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ। ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਚੜਾਇਆ ਹਰ ਜੁਗ ਜੁਗ ਭਗਤ ਪਾਇਆ ਤੇ ਪਾਇਆ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਕਸ ਦੁਸ਼ਟ ਹਰ ਮਾਰਿਆ ਮਾਰਿਆ ਦੁਸ਼ਟ ਹਰ ਮਾਰਿਆ ਨਾਕਸ ਦੁਸ਼ਟ ਹਰ ਮਾਰਿਆ ਹਰ ਲਾਦ ਕਰਾਇਆ ਕਰਾਇਆ ਕਾਰੀਆਂ ਨਿੰਦਕਾ ਪਿੱਠ ਦੇ ਕਾਰੀਆਂ ਨਿੰਦਕਾ ਪਿੱਠ ਦੇ ਹੰਕਾਰੀਆਂ ਨਿੰਦਕਾ ਪਿੱਠ ਦੇ ਜਾਂਦੇ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਨਾਨਕ ਐਸਾ ਹਰ ਸੇਵਿਆ ਜਨ ਨਾਨਕ ਐਸਾ ਹਰ ਸੇਵਿਆ ਚੜਾਇਆ ਚੜਾਇਆ ਅੰਤ ਲੈ ਚੜਾਇਆ ਚੜਾਇਆ ਅੰਤ ਲੈ ਅੰਤ ਲੈ ਚੜਾਇਆ ਚੜਾਇਆ ਅੰਤ ਲੈ ਚੜਾਇਆ ਚੜਾਇਆ ਜਿਨ੍ਹਾਂ ਨੇ ਬੰਦਗੀ ਕੀਤੀ, ਕਮਾਈਆਂ ਕੀਤੀਆਂ, ਸਿਮਰਨ ਕੀਤਾ, ਅੰਤ ਲਏ ਛੁਡਾਇਆ। ਰਤਵਾੜਾ ਸਾਹਿਬ 4 ਦਿਨ ਦਾ ਸਮਾਗਮ ਹੈ, 29, 30, 31 ਤੇ ਪਹਿਲੀ। ਜਿਨ੍ਹਾਂ ਗੁਰਮੁਖਾਂ ਮਾਈ ਪਾਈ ਜਾਣਾ 27 ਤਰੀਕ ਨੂੰ ਇੱਥੇ ਆ ਜਾਓ ਮਨੇਰੇ, 28 ਨੂੰ ਇੱਥੋਂ ਸੰਗਤਾਂ ਚੱਲ ਪੈਣਗੀਆਂ, 2 ਵਜੇ ਉਠਾ ਦਿੱਤਾ ਜਾਏਗਾ। ਇੱਥੇ ਲੰਗਰ ਛਕ ਕੇ ਅਰਦਾਸ ਕਰਕੇ ਚੱਲ ਪੈਣਗੇ। ਫਿਰ ਉੱਥੇ ਜਦੋਂ ਸਮਾਪਤੀ ਹੋਏਗੀ ਫਿਰ ਵਾਪਸੀ। ਦੀਵਾਨ ਰੋਜ਼ ਦੇ ਹੀ ਦਿੱਤੇ ਹੋਏ ਨੇ, ਬਾਅਦ ਵਿੱਚ ਸੁਣ ਲੈਣਾ। 26, 27 ਪੁਲਿਸ ਸੈਂਟਰ ਫਲੋਰ। ਪੁਲਿਸ ਵਾਲੇ ਵੀ ਬੜੇ ਹੀ ਗੁਰੂ ਵਾਲੇ ਬਣ ਗਏ ਨੇ। ਥੋੜ੍ਹੇ ਸਾਲ ਹੋਏ ਉਦੋਂ 22 ਪਰਿਵਾਰਾਂ ਨੇ ਇਕੱਠਾ ਹੀ ਅੰਮ੍ਰਿਤ ਛਕਿਆ ਸੀ। ਫਿਰ 28 ਨੂੰ ਵਿਚਾਰ ਹੈ ਗੁਰੂ ਮਹਾਰਾਜ ਕਿਰਪਾ ਕਰਨ ਚੰਡੀਗੜ੍ਹ ਜਾਣ ਦੀ। 29, 30 2 ਦਿਨ ਦਰਸ਼ਨ ਕਰ ਲਾਂਗੇ। ਫਿਰ ਜਿਹੜੀਆਂ ਸੰਗਤਾਂ ਨੇ ਨਹੀਂ ਜਾਣਾ, ਜਿਨ੍ਹਾਂ ਜਾਣਾ ਉਹ ਜਾਓ, ਜਿਹੜੇ ਰਹਿ ਜਾਣ ਫਿਰ ਆਪਾਂ ਇੱਥੇ 1 ਤਰੀਕ ਨੂੰ ਇਕੱਠੇ ਹੋਣਾ। 1 ਨਵੰਬਰ ਨੂੰ ਜਿਹੜੀਆਂ ਸੰਗਤਾਂ ਇੱਥੇ ਇਕੱਠੀਆਂ ਹੋਣਗੇ, ਇੱਥੇ ਆਪਾਂ ਮਾਤਾ ਜੀ ਦੇ ਨਿਮਿਤ ਅਰਦਾਸ ਕਰ ਦਾਂਗੇ। ਅਗਲੇ ਦੀਵਾਨ ਫਿਰ ਪੰਜਾਬ ਦੇ ਹਨ ਬਹੁਤੇ, ਉਹ ਸਾਰੇ ਦੱਸੇ ਜਾਣਗੇ। ਕਿ ਮੈਂ ਹੋਰ ਬੇਨਤੀ ਕਰਾਂ ਕਿ ਹਰ ਸਾਲ ਪੂਰਨਪੁਰ, ਬੰਡਾ, ਸੀਤਾਪੁਰ, ਨਿਗਾਸਣ, ਇਹ ਬਹੁਤ ਸਾਰੇ ਦੀਵਾਨ, 25 ਦੀਵਾਨ ਤਕਰੀਬਨ 22-24 ਸਾਲ ਤੋਂ ਪਹਿਲਾਂ ਜਨਵਰੀ ਦੇ ਹੁੰਦੇ ਸੀ, ਫਿਰ ਹਰ ਸਾਲ ਮਾਰਚ ਦੇ ਹੀ ਸਨ। ਐਤਕਾਂ ਇਹਨਾਂ ਇਲਾਕਿਆਂ ਵਿੱਚ ਕੋਈ ਵੀ ਮਾਰਚ ਦਾ ਦੀਵਾਨ ਨਹੀਂ ਦਿੱਤਾ ਗਿਆ, ਉਹ ਸਾਰੇ ਜਨਵਰੀ ਦੇ ਕਰ ਦਿੱਤੇ ਗਏ ਨੇ।
ਪਹਿਲਾਂ ਉੱਧਰ ਨਗਾਸਣ ਹਨ, ਫਿਰ ਬੰਡੇ ਹਨ, ਫਿਰ ਸੀਤਾਪੁਰ ਹਨ, ਫਿਰ 26 ਜਨਵਰੀ 26 27 28 29 30 ਮਰਾਈ ਹਨ। ਪੂਰਾ ਮਹੀਨਾ ਮਾਰਚ ਦਾ ਜਿਹੜਾ ਖਾਲੀ ਕੀਤਾ ਹੈ ਉਹ ਕੁਛ ਨਵੇਂ ਥਾਵਾਂ 'ਤੇ ਹਨ। 5 ਦੀਵਾਨ ਦਿੱਲੀ ਹਨ, 60 ਘਰ ਇਕੱਠੇ ਹੋ ਕੇ ਲੈ ਰਹੇ ਨੇ। ਕੁਛ ਹੋਰ ਨਵੇਂ ਇਲਾਕਿਆਂ ਵਿੱਚ ਹਨ, ਕਿਤੇ ਦੂਰ ਹਨ, ਕਿਤੇ ਬਚਨ ਬਲਾਸ ਵੀ ਹੋਏ। ਕਹਿੰਦੇ ਮਹਾਰਾਜ ਆਏ ਨੇ, ਪਿਤਾ ਜੀ ਮੈਂ ਚੱਲੀ ਹਾਂ। ਉਹ ਕਹਿੰਦੇ ਤੁਹਾਡੇ ਬੱਚਿਆਂ ਨੂੰ 100 ਜਨਮ ਹੋ ਗਿਆ। ਇੱਥੇ ਆਵਾਜ਼ਾਂ ਤਾਂ ਮੈਂ ਕਿਹਾ ਖੁਸਰਿਆਂ ਨੇ ਵੀ ਬੜਾ ਵਧੀਆ ਹੁੰਦਾ। ਹੁਣ ਤੇ ਬਸ ਐਂ ਹੀ ਕਹਿੰਦੇ ਨੇ ਵੀ ਬਸ ਅੱਜ ਛੋਟੇ ਭਾਜੀ ਬਣ ਜੀ, ਅੱਜ ਵੱਡੇ ਭਾਜੀ ਬਣ ਜੀ। ਹੁਣ ਤੇ ਬਸ ਗਾਂ ਹੀ ਚਲੇ ਜਾਈਏ। ऐसा नहीं है, मेहनत करो, बंदगी करो, सिमरन करो, सेवा करो। इस करके आप जी का बहुत बहुत धन्यवाद। मैनू शौक सी भी आप 1 वजे दोवें ही इकट्ठा शुरू करिए। वो संगतां दी इन्नी भीड़ सी, अजे भी मसा ही मैं कहा आ वेखो मेरी बेनती मैनू जा लैन दो। ते तुसीं ते 4 वजाने साथ संग स्वखते चलिया। हुण अगों दिन भी छोटे आ रहे ने, जे आपां उत्थे ही 4 वजा दिते संगतां नूं आपां की विचारा सुनांगे, की सुनावांगे। बड़ा समा कीमती है। कोशिश करो भी जिन्नी संगत है वो 11:15 बजे तो पहला पहुँच जाओ। सवेरे होर उदम नाल चलो। सब लॉस मिनटा करो भाई, सियाल आ गया, टाइम बदल गया, छेती जाना, फिर छेती आप मुड़ के आवांगे। इस करके समय सिर आओ, समय सिर भोग पै जे करेगा। जिउं जिउं दिन छोटे हो रहे हैं छेती भोग पा देंगे। इन्हां गल्लां दा ध्यान रखो। हुण आनंद साहिब गुरस्तोत्र विच बोलो। इत्थे ना नेता नगर जाते होंदे सन 70 च साइकिलों ते, मैं ते भाजी उत्थे राह च थक गए। दिने सारा दिन काम करते रहे, मैं कई चलाउंदा रहा, हाल वाहुंदे रहे। उत्थे बह गए, ढोलकी वाजा नाल ही बन लेना। महापुरुष ने दुआन लाओ पिंडां च। अच्छा महाराज जी, जिथे करना चले ही जाना। उत्थे बह गए। मैं क्या भाजी मेरी सुनो गल। कहते दस। वो बिंदु खेड़े उपर नहर। मैं क्या सवेर दे 2 वजे दे उठे हाँ, सारा दिन घर काम किया। हुण आपां नेता नगर दीवान लाउण चले हाँ। ये आपां नूं किहड़ी मुसीबत पई है? दुनिया सुत्ती, आपां भी आराम नाल रहिंदे हां। हुण ते आया ना भी बस ये पता नहीं गड्डियां इन्हां नूं चोर दे गए ने। लै जे आपां खोतियां ते चढ़िए फिरीए ते संगत विचों कईयां ने कहना है, होर लोकां गुरमुख नहीं होर लोग, उन्हां कहना लै भाई 50 साल हो चले नूं दीवान लाउंदे ते जे भी खोतियां ते चढ़े फिरदे ने। संगत नूं 100 रुपया भी नहीं हुंदा, गड्डी नहीं लैके दे सकदे। ते जे गड्डी है गड्डियां ते चढ़े फिरदे। बड़ियां मेहनतां पईयां जी। साइकिलां ते ही 4000 ने अंबर छक लिया। साइकिलां ते दोवें साइकिल ले जाते होंगे। चल सो चल उतों कट्ठे कर लेने। उदों 700 अंबली ने अंबर छकिया। नेता नगर सारे बैठे ने। नेता नगर 70 की गल है, 70 जी। महाराज जी बड़े खुश होए। तो मैं कहा वीर जी मेरी सुनो गल भी सवेरे सारी रात दीवान लावांगे, सवेरे आउंदे साइकिल ते नींदर आनी। तो आप महाराज जी ने बेनती करिए तो बंद करिए वेले टाइम। आप जी आंदे गल सुन, कोई स्वासां का पता कदों दुनिया ते तुर जाण? मैं कहा ये तो पता ही नहीं। कहते ये ना किते संतां नूं आखी जो कहन ठीक है जी, जो कहन ठीक है जी। ऐसा नहीं तो मैं की इन्हां गल्लां वल जावां। माड़ा जो कोई काम एक दियां 4 सुणाउंदे ने, अगों रह बस चुप्पी पली है। उत्थे रहिंदे ने जिथे किते हुंदे ने। ये भी तो नाल है ही है ना। मैं पंजाबी च खुल के दस रहा, मैनूं अंग्रेजी आउंदी। इस करके रात दीवान लाने, जिहड़े काम करना, तुरे जाते हैं कई बार लगना भी पता नहीं किवें है। इस करके आप जी का धन्नवाद। किड्डी दूरों आए चंडीगढ़ों भी छोटे याद करते होने ने। तुसीं छेती आया करो, फिर असीं 12 तो या 1 तो 2 घंटे इकट्ठे ला ला करेंगे। आपां दीवान पता किवें लाउंदे हुंदे, कथा करते करते मैं कहना जी हुण भाजी कोलों सुनो, इन्हां शुरू कर देना वही ज्ञान। इन्हां 10-15 मिनट हुण इन्हां कोलों सुनो, जिवें रेडियो 'च खबरां आउंदियां, अब ये बताएंगे। संगतां बड़ियां खुश रहिंदियां। ऐसा फिर वो कईयां ने फिल्मां बनाउणियां, पता नहीं कित्थे रख छड़ियां। ऐसा सो आनंद साहिब का पाठ करो, सारे हल्ला मार के मेहनत करो, समय नाल आया करो। आप जी का बहुत बहुत धन्नवाद। सीसा दे के जाए हो जिदा मूर्ख जाए अनपढ़ वो जी होंगे, तुहानूं पता ही है ना। वड्डे दवाई वड्डे ही होंदे ने, माँ प्यो दे थां होंदे ने।
ਇਹ ਐਸਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ। ਘਰਾਂ ਦੇ ਧੰਦੇ ਛੱਡ ਕੇ ਗੁਰੂ ਦੀ ਹਜ਼ੂਰੀ ਵਿੱਚ ਆਏ ਹੋ। ਕਈ ਤਾਂ ਐਂ ਚੰਬੜੇ ਨੇ ਜਿਵੇਂ ਮੱਖੀ ਸ਼ਹਿਦ ਨਾਲ। ਇਹ ਪਤਾ ਨਹੀਂ ਵੀ ਸ਼ਾਇਦ ਕਿਸੇ ਨੇ ਲਾਹ ਕੇ ਲੈ ਜਾਣਾ, ਮੱਖੀਆਂ ਦੇ ਪੱਲੇ ਕੱਖ ਨਹੀਂ ਪੈਣਾ। ਜਿਨ੍ਹਾਂ ਧੰਦਿਆਂ ਪਿੱਛੇ ਮਰ ਚੱਲੇ ਆ ਇਹ ਤੇ ਇੱਥੇ ਹੀ ਰਹਿ ਜਾਣੇ ਨੇ, ਇਹ ਨਹੀਂ ਪਤਾ। ਚਲੋ ਫਿਰ ਵੀ ਧੰਨਵਾਦ ਕਿ ਦੁਨਿਆਵੀ ਧੰਦੇ ਛੱਡ ਕੇ ਆਪਾਂ ਮਹਾਰਾਜ ਦੀ ਹਜ਼ੂਰੀ ਵਿੱਚ ਆਏ। ਗੁਰੂ ਨਾਨਕ ਸਾਹਿਬ ਕਿਰਪਾ ਕਰ। ਇਸੇ ਤਰ੍ਹਾਂ ਗੁਰੂ ਨਾਨਕ ਦੇ ਪਿਆਰਿਆਂ ਦੀਆਂ ਅਸੀਂ ਬਰਸੀਆਂ ਯਾਦਗਾਰਾਂ ਮਨਾਉਂਦੇ ਰਹੀਏ। ਆਨੰਦ ਸਾਹਿਬ ਪੜੋ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਾ ਪਾਇਆ ਸਹਿਜ ਚੇਤੀ ਮਨ ਵਜੀਆਂ ਆਈਆਂ। ਹਾਰ ਪਰੀਆਂ ਸ਼ਬਦ ਜਾਣਿਆ। ਸਬਦੋ ਗਾਵੋ ਹਰੀ ਕੇਰਾ ਮਨ ਵੀ ਵਸਾਇਆ। ਹੈ ਨਾਨਕ ਆਨੰਦ ਆਨੰਦ ਹੋਵਾ ਹੋਵਾ ਸਤਿਗੁਰੂ ਮੈਂ